ਉਮੀਦ ਕਰਦਾ ਹਾਂ ਤੁਸੀਂ ਭਲੇ ਚੰਗੇ ਹੋਵੋਗੇ ਅਤੇ ਆਪਣੀ ਜ਼ਿੰਦਗੀ ਨੂੰ ਇੰਜੋਏ ਕਰ ਰਹੇ ਹੋਵੋਗੇ। ਅੱਜ ਅਸੀਂ 9ਵੀਂ ਜਮਾਤ ਦੀ SST ਦੇ ਚੈਪਟਰ ਨੰਬਰ 10 ਵਿੱਚ ਐਂਟਰ ਹੋਣ ਜਾ ਰਹੇ ਹਾਂ। ਐਂਟਰ ਤਾਂ ਬਹੁਤ ਦਿਨ ਤੋਂ ਹੋ ਰੱਖੇ ਹਾਂ। ਅੱਜ ਚੈਪਟਰ ਨੰਬਰ 10 ਦੇ 5ਵੇਂ ਭਾਗ ਦੇ ਵਿੱਚ ਐਂਟਰ ਹੋਣ ਜਾ ਰਹੇ ਹਾਂ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਸਿਕ ਸਮਝ ਦਿੱਤੀ ਸੀਗੀ ਕਿ ਲੋਕਤੰਤਰ ਕਿਸ ਨੂੰ ਕਿਹਾ ਜਾਂਦਾ ਹੈ, ਲੋਕਤੰਤਰ ਦੇ ਮੁੱਢਲੇ ਸਿਧਾਂਤ ਕੀ ਨੇ, ਲੋਕਤੰਤਰ ਦਾ ਮਹੱਤਵ ਕੀ ਹੈ, ਲੋਕਤੰਤਰ ਦੇ ਰਸਤੇ ਵਿੱਚ ਕਿਹੜੀਆਂ ਰੁਕਾਵਟਾਂ ਆਉਂਦੀਆਂ ਨੇ, ਠੀਕ ਹੈ, ਲੋਕਤੰਤਰ ਦੀ ਸਫਲਤਾ ਲਈ ਕੀ ਪ੍ਰੀ ਰੈਕੁਜ਼ਿਟਸ ਨੇ। ਇਹਨਾਂ ਬਾਰੇ ਮੈਂ ਤੁਹਾਨੂੰ ਪਿਛਲੇ 4 ਪਾਰਟਸ ਦੇ ਵਿੱਚ ਗੱਲ ਕਰ ਚੁੱਕਾ ਹਾਂ। ਹੁਣ ਅਸੀਂ ਇੱਕ ਮਹੱਤਵਪੂਰਨ ਸ਼ਬਦ ਹੈ ਸਿਊਡੋ ਡੈਮੋਕ੍ਰੇਸੀ, ਜਾਲੀ ਲੋਕਤੰਤਰ। ਲੋਕਤੰਤਰ ਜਾਲੀ ਕਿਵੇਂ ਹੋ ਸਕਦਾ ਹੈ, ਇਸ ਚੀਜ਼ ਨੂੰ ਸਮਝਣਾ ਹੈ। ਜਾਲੀ ਲੋਕਤੰਤਰ ਜਾਂ ਸਿਊਡੋ ਡੈਮੋਕ੍ਰੇਸੀ, ਕਿਉਂਕਿ ਅਸੀਂ ਇਹ ਮੰਨਦੇ ਹਾਂ, ਜੇ ਤੁਹਾਨੂੰ ਪਤਾ ਹੋਵੇ ਤਾਂ ਡੈਮੋਕ੍ਰੇਸੀ ਦਾ ਮਤਲਬ ਹੈ ਸ਼ਾਸਨ ਦੇ ਵਿੱਚ ਆਮ ਜਨਤਾ ਦੀ ਜੋ ਹੈ ਉਹ ਭਾਗੀਦਾਰੀ ਹੋਣੀ ਚਾਹੀਦੀ ਹੈ। ਜੇ ਤਾਂ ਤੁਹਾਡੇ ਦੇਸ਼ ਦੀ ਆਬਾਦੀ ਘੱਟ ਹੈ ਤਾਂ ਤੁਹਾਡੀ ਡਾਇਰੈਕਟ ਡੈਮੋਕ੍ਰੇਸੀ ਹੋ ਸਕਦੀ ਹੈ, ਤੁਸੀਂ ਸਿੱਧਾ ਭਾਗ ਲੈ ਸਕਦੇ ਹੋ ਡੈਮੋਕ੍ਰੇਸੀ ਦੇ ਵਿੱਚ, ਯਾਨੀ ਕਿ ਜਿਹੜੇ ਨਿਰਣੇ ਤੁਹਾਡੇ ਲਈ ਲਈ ਜਾ ਰਹੇ ਨੇ ਵਿਧਾਨ ਪਾਲਿਕਾ ਦੇ ਵਿੱਚ, ਤੁਹਾਡੀ ਸਿੱਧੀ ਜਨਤਾ ਦੀ ਜਿਹੜੀ ਹੈ ਉਹ ਭਾਗੀਦਾਰੀ ਹੋਏਗੀ। ਲੇਕਿਨ ਜੇ ਦੇਸ਼ ਦੀ ਆਬਾਦੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਤਾਂ ਸੰਸਦੀ ਜਾਂ ਅਪ੍ਰਤੱਖ ਲੋਕਤੰਤਰ, ਪ੍ਰਤੀਨਿਧੀ ਲੋਕਤੰਤਰ ਦਾ ਰਸਤਾ ਅਪਣਾਇਆ ਜਾਂਦਾ ਹੈ, ਜਿਹਦੇ ਵਿੱਚ ਤੁਸੀਂ ਆਪਣੇ ਨੁਮਾਇੰਦਿਆਂ ਨੂੰ ਚੁਣ ਕੇ ਜੋ ਹੈ ਉਹ ਦੇਸ਼ ਦੀ ਵਿਧਾਨ ਪਾਲਿਕਾ ਦੇ ਵਿੱਚ ਭੇਜਦੇ ਹੋ ਅਤੇ ਉਹਨਾਂ ਜਿਹੜੇ ਤੁਹਾਡੇ ਨੁਮਾਇੰਦੇ ਨੇ ਉਹਨਾਂ ਵੱਲੋਂ ਤੁਹਾਡੇ ਸਾਰਿਆਂ ਲਈ ਜੋ ਹੈ ਉਹ ਨਿਯਮਾਂ ਕਾਨੂੰਨਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਅਤੇ ਉਸੇ ਵਿਧਾਨ ਪਾਲਿਕਾ ਦੇ ਵਿੱਚ ਚੁਣੇ ਹੋਏ ਜੋ ਕਾਰਜਪਾਲਿਕਾ ਦੇ ਮੈਂਬਰ ਹੁੰਦੇ ਨੇ ਉਹਨਾਂ ਵੱਲੋਂ ਉਹਨਾਂ ਨਿਯਮਾਂ ਕਾਨੂੰਨਾਂ ਨੂੰ ਜਿਹੜੇ ਕਿ ਵਿਧਾਨ ਪਾਲਿਕਾ ਵੱਲੋਂ ਤਿਆਰ ਕੀਤੇ ਗਏ ਨੇ ਉਹਨਾਂ ਨੂੰ ਲਾਗੂ ਕਰਵਾਇਆ ਜਾਂਦਾ ਹੈ, ਜੋ ਕਿ ਅਸੀਂ ਪਿਛਲੇ ਚੈਪਟਰਸ ਦੇ ਵਿੱਚ ਆਲਰੇਡੀ ਜਿਹੜੀਆਂ 10, 12, 15 ਵੀਡੀਓ ਜਿੰਨੀਆਂ ਵੀ ਅਸੀਂ ਪੜ੍ਹ ਚੁੱਕੇ ਹਾਂ ਉਹਨਾਂ 'ਚ ਇਹ ਸਾਰਾ ਕੁਝ ਪੜ੍ਹ ਚੁੱਕੇ ਹਾਂ। ਲੇਕਿਨ ਹੁਣ ਇਹ ਇੱਕ ਨਵਾਂ ਸ਼ਬਦ ਆ ਗਿਆ, ਡੈਮੋਕ੍ਰੇਸੀ ਤਾਂ ਆ ਗਿਆ, ਸ਼ਾਸਨ ਦੇ ਵਿੱਚ ਭਾਗੀਦਾਰੀ ਤਾਂ ਜਿਹੜੀ ਆਮ ਜਨਤਾ ਦੀ ਹੋਏਗੀ ਇਹ ਤਾਂ ਪੜ੍ਹ ਲਿਆ, ਲੇਕਿਨ ਆਹ ਸਿਊਡੋ ਦਾ ਮਤਲਬ ਕੀ ਹੈ? ਸਿਊਡੋ ਦਾ ਮਤਲਬ ਹੈ ਜਾਲੀ, ਨਕਲੀ। ਜਿਵੇਂ ਪ੍ਰੋਡਕਟ ਜਿਹੜੇ ਹੈ ਨਕਲੀ ਹੁੰਦੇ ਆ, ਉਤਪਾਦ ਨਕਲੀ ਹੋ ਸਕਦੇ, ਚੀਜ਼ਾਂ ਨਕਲੀ ਹੋ ਸਕਦੀਆਂ, ਉਵੇਂ ਡੈਮੋਕ੍ਰੇਸੀ ਵੀ ਨਕਲੀ ਹੋ ਸਕਦੀ ਹੈ। ਕਹਿਣ ਦਾ ਭਾਵ ਇਹ ਇੱਕ ਛਲਾਵਾ ਹੈ। ਛਲਾਵਾ ਮਤਲਬ ਦੇਖਣ ਨੂੰ ਜਿਹੜੀ ਚੀਜ਼ ਲੱਗ ਰਹੀ ਹੈ, ਦੇਖਣ ਨੂੰ ਸਾਨੂੰ ਲੱਗ ਰਿਹਾ ਹੈ ਕਿ ਉਸ ਦੇਸ਼ ਦੇ ਵਿੱਚ, ਕਿਸੇ ਦੇਸ਼ ਦੇ ਵਿੱਚ ਜੋ ਹੈ ਉਹ ਸ਼ਾਇਦ ਲੋਕਾਂ ਦੀ ਹੀ ਸ਼ਾਸਨ ਦੇ ਵਿੱਚ ਭਾਗੀਦਾਰੀ ਹੈ, ਜੋ ਸ਼ਾਸਨ ਹੈ ਉਹ ਆਮ ਜਨਤਾ ਦੁਆਰਾ ਚਲਾਇਆ ਜਾ ਰਿਹਾ ਹੈ, ਲੇਕਿਨ ਨਹੀਂ, ਉੱਥੇ ਅੱਜ ਵੀ ਕਿਸੇ ਹੱਦ ਤੱਕ ਜੋ ਤਾਨਾਸ਼ਾਹੀ ਜਾਂ ਫਿਰ ਜੋ ਕੁਲੀਨ ਤੰਤਰ ਹੈ ਉਹ ਮੌਜੂਦ ਹੈ ਅਤੇ ਉਹਨਾਂ ਕੁਝ ਲੋਕਾਂ ਵੱਲੋਂ, ਕੁਝ ਚੰਦ ਲੋਕਾਂ ਵੱਲੋਂ ਹੀ ਦੇਸ਼ ਦਾ ਜੋ ਸ਼ਾਸਨ ਹੈ ਉਹ ਚਲਾਇਆ ਜਾ ਰਿਹਾ ਹੈ। ਔਰ ਇੰਟਰਨੈਸ਼ਨਲ ਪੱਧਰ 'ਤੇ ਜੋ ਹੈ ਇਹ ਦਿਖਾਵਾ ਕੀਤਾ ਜਾਂਦਾ ਹੈ, ਇਹ ਛਲਾਵਾ ਦਿਖਾਇਆ ਜਾਂਦਾ ਹੈ ਕਿ ਸਾਡੇ ਦੇਸ਼ ਵਿੱਚ ਲੋਕਤੰਤਰ ਹੈ, ਅਸੀਂ ਇੱਕ ਬਹੁਤ ਚੰਗਾ ਲੋਕਤੰਤਰ ਹਾਂ, ਅਸੀਂ ਆਪਣੇ ਲੋਕਾਂ ਨੂੰ ਜੋ ਹੈ ਹਰ ਤਰ੍ਹਾਂ ਦੇ ਅਧਿਕਾਰ ਦੇ ਰਹੇ ਹਾਂ, ਉਹਨਾਂ ਨੂੰ ਬੋਲਣ ਦਾ ਅਧਿਕਾਰ ਦੇ ਰਹੇ ਹਾਂ, ਉਹਨਾਂ ਨੂੰ ਸੰਘ ਬਣਾਉਣ ਦਾ ਅਧਿਕਾਰ ਦੇ ਰਹੇ ਹਾਂ, ਹਰ ਤਰ੍ਹਾਂ ਦੀ ਆਜ਼ਾਦੀ ਦੇ ਰਹੇ ਹਾਂ, ਸਾਡੇ ਦੇਸ਼ ਦੇ ਵਿੱਚ ਸਮਾਨਤਾ ਪਾਈ ਜਾਂਦੀ ਹੈ, ਜੋ ਵੀ ਲੋਕਤੰਤਰ ਦੇ ਜੋ ਮੁੱਢਲੇ ਸਿਧਾਂਤ ਨੇ ਉਹਨਾਂ ਦੀ ਪੂਰਤੀ ਅਸੀਂ ਕਰਦੇ ਹਾਂ ਅਤੇ ਅਸੀਂ ਲੋਕਤੰਤਰ ਹਾਂ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਲੋਕਤੰਤਰ ਹੋਣ ਦੇ ਬਥੇਰੇ ਫਾਇਦੇ ਨੇ। ਇੱਕ ਫਾਇਦਾ ਜਿਹੜਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ, ਕੋਈ ਵੀ ਜੋ ਇਨਵੈਸਟਰ ਹੈ, ਜਿਹਦੇ ਕੋਲ ਪੈਸੇ ਹੈ, ਕੋਈ ਵੀ ਨਿਵੇਸ਼ਕ ਜੋ ਹੈ ਉਹ ਕਿਸੇ ਹੋਰ ਦੇਸ਼ ਦੇ ਵਿੱਚ ਇਨਵੈਸਟ ਕਰਨ ਲਈ ਤਾਂ ਹੀ ਤਿਆਰ ਹੋਏਗਾ ਜੇ ਉਸ ਦੇਸ਼ ਦੇ ਵਿੱਚ ਇਹ ਲੋਕਤੰਤਰ ਹੈ, ਲੋਕਾਂ ਦਾ ਸ਼ਾਸਨ ਹੈ, ਕਿਸੇ ਦੀ ਤਾਨਾਸ਼ਾਹੀ ਹੈ, ਕਿਸੇ ਦੀ ਮਨਮਰਜ਼ੀ ਜਾਂ ਕਿਸੇ ਕੁਲੀਨ ਤੰਤਰ, ਭ੍ਰਸ਼ਟ ਕੁਲੀਨ ਤੰਤਰ ਦਾ ਸ਼ਾਸਨ ਨਹੀਂ ਚੱਲ ਰਿਹਾ। ਸੋ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਹਰ ਦੇਸ਼ ਆਪਣੇ ਆਪ ਨੂੰ ਲੋਕਤੰਤਰ ਜੋ ਹੈ ਐਜ਼ ਅ ਲੋਕਤੰਤਰ ਰਿਪਰੈਜ਼ੈਂਟ ਕਰਨਾ ਚਾਹੁੰਦਾ ਹੈ। ਉਸ ਤੋਂ ਬਾਅਦ ਇੱਕ ਇੰਟਰਨੈਸ਼ਨਲ ਛਵੀ ਜਿਹੜੀ ਹੈ, ਤੁਹਾਡੀ ਇੰਟਰਨੈਸ਼ਨਲ ਜੋ ਇਮੇਜ ਹੈ ਉਹ ਵੀ ਚੰਗੀ ਬਣੀ ਰਹਿੰਦੀ ਹੈ, ਜਿਹਦੇ ਨਾਲ ਤੁਹਾਨੂੰ ਉੱਥੇ ਟੂਰਿਜ਼ਮ ਜੋ ਹੈ ਉਹ ਪ੍ਰਮੋਟ ਹੁੰਦਾ ਹੈ, ਹੋਰ ਬਥੇਰੇ ਫਾਇਦੇ ਨੇ ਤੁਹਾਨੂੰ, ਠੀਕ ਹੈ। ਲੇਕਿਨ ਅੱਜ ਜਿਹੜਾ ਮੇਰਾ ਵਿਸ਼ਾ ਹੈ ਉਹ ਫਾਇਦੇ ਨਾਲ ਸਮਝਾਉਣਾ ਹੋ ਕੇ ਮੈਂ ਤੁਹਾਨੂੰ ਇਹ ਸਮਝਾਉਣਾ ਹੈ ਕਿ ਇੱਕ ਡੈਮੋਕ੍ਰੇਸੀ ਤੇ ਇੱਕ ਸਿਊਡੋ ਡੈਮੋਕ੍ਰੇਸੀ ਦੇ ਵਿੱਚ ਕੀ ਅੰਤਰ ਹੁੰਦਾ ਹੈ, ਕੀ ਫਰਕ ਹੁੰਦਾ ਹੈ। ਸੋ ਮੈਂ ਤੁਹਾਡੀ ਬੁੱਕ ਤੇ ਵਾਪਸ ਚੱਲਦਾ ਹਾਂ ਔਰ ਲਾਈਨ ਬਾਈ ਲਾਈਨ ਤੁਹਾਨੂੰ ਮੈਂ ਜਿਵੇਂ ਕਿ ਪੂਰੀ ਬੁੱਕ ਪੜ੍ਹਾਈ ਹੈ ਉਵੇਂ ਹੀ ਇਹ ਪੁਆਇੰਟ ਵੀ ਸਮਝਾਊਂਗਾ। ਵੀਡੀਓ ਛੋਟੀ ਹੋਣ ਵਾਲੀ ਹੈ, ਜ਼ਿਆਦਾ ਵਾਰੀ ਨਹੀਂ ਕਰਨੀ। ਕਹਿੰਦੇ ਜੀ ਲੋਕਤੰਤਰ ਦੇ ਰਸਤੇ ਵਿੱਚ ਰੁਕਾਵਟਾਂ ਪੜ੍ਹ ਲਈਆਂ, ਜਿਵੇਂ ਕਿ ਮੈਂ ਅਨਪੜ੍ਹਤਾ, ਗਰੀਬੀ, ਉਦਾਸੀਨਤਾ, ਨਿਰਾਸ਼ਾ, ਇਹ ਸਾਰੀਆਂ ਗੱਲਾਂ ਪੜ੍ਹਾਈਆਂ ਸੀ ਰੁਕਾਵਟਾਂ 'ਚ। ਅਤੇ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਸ਼ਰਤਾਂ, ਜਿਨ੍ਹਾਂ ਦੇ ਵਿੱਚ ਮੈਂ ਕੀ ਪੜ੍ਹਾਇਆ ਸੀਗਾ ਕਿ ਤੁਸੀਂ ਪੜ੍ਹਾਓ ਲਿਖਾਓ, ਚੇਤਨ ਨਾਗਰਿਕ ਹੋਣੇ ਚਾਹੀਦੇ ਆ, ਅਲਰਟ ਹੋਣੇ ਚਾਹੀਦੇ ਆ ਤੁਹਾਡੇ ਨਾਗਰਿਕ। ਉਸ ਤੋਂ ਬਾਅਦ ਸੰਗਠਿਤ ਅਤੇ ਸਿਧਾਂਤਕ ਜਿਹੜੇ ਤੁਹਾਡੇ ਹੈ ਉਹ ਰਾਜਨੀਤਿਕ ਦਲ ਹੋਣੇ ਚਾਹੀਦੇ ਹੈ। ਸੋ ਇੱਦਾਂ ਦੀ ਕੁਝ ਜ਼ਰੂਰੀ ਸ਼ਰਤਾਂ, ਲੋਕਾਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ ਬੋਲਣ ਦੀ, ਨਿਆਂਪਾਲਿਕਾ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ। ਸੋ ਉਹਨਾਂ 'ਤੇ ਅਸੀਂ ਵਿਚਾਰ ਵਟਾਂਦਰਾ ਜੋ ਹੈ ਆਲਰੇਡੀ ਕਰ ਚੁੱਕੇ ਹਾਂ। ਹੁਣ ਅਸੀਂ ਇਸ ਗੱਲ 'ਤੇ ਵਿਚਾਰ ਕਰਾਂਗੇ ਕਿ ਹਰ ਇੱਕ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ, ਕੀ ਲੋਕਾਂ ਦੁਆਰਾ ਚੁਣੀ ਹੋਈ ਜਿਹੜੀ ਵੀ ਸਰਕਾਰ ਹੁੰਦੀ ਹੈ ਹਰ ਵਾਰ ਉਹ ਲੋਕਤੰਤਰੀ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਜਿਹੜਾ ਕਿ ਸਵਾਲ ਮੈਂ ਤੁਹਾਨੂੰ ਪਹਿਲੇ ਦੱਸਤਾ ਕਿ ਕੋਈ ਟਰੂ ਡੈਮੋਕ੍ਰੇਸੀ ਹੈ ਜਾਂ ਨਹੀਂ ਹੈ, ਟਰੂ ਡੈਮੋਕ੍ਰੇਸੀ ਹੈ ਜਾਂ ਨਹੀਂ ਹੈ,
ਉਹਦਾ ਪਤਾ ਸਾਨੂੰ ਕਿਵੇਂ ਲੱਗਦਾ ਹੈ। ਸੋ ਉਸ ਬਾਰੇ ਅਸੀਂ ਗੱਲ ਕਰਾਂਗੇ। ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਤੁਹਾਡੀ ਨਿੱਜੀ ਜ਼ਿੰਦਗੀ ਦਾ ਵੀ ਦੇਣਾ ਚਾਹੂੰਗਾ ਕਿ ਤੁਹਾਡੇ ਘਰ ਦੇ ਵਿੱਚ ਦਾਦਾ ਜੀ ਤੁਹਾਨੂੰ ਇਹ ਸਾਰੇ ਕਹਿੰਦੇ ਆ ਕਿ ਮੈਂ ਇੱਕ ਡੈਮੋਕ੍ਰੇਟਿਕ ਇਨਸਾਨ ਹਾਂ, ਮੈਂ ਇੱਕ ਉਦਾਰ ਵਿਅਕਤੀ ਹਾਂ, ਮੈਂ ਸਾਰਿਆਂ ਦੀ ਗੱਲ ਸੁਣਨ ਦਾ ਮਾਦਾ ਰੱਖਦਾ, ਮੈਂ ਸਹਿਣਸ਼ੀਲ ਹਾਂ, ਠੀਕ ਹੈ ਜੀ, ਮੈਂ ਅਸਹਿਮਤੀ ਨੂੰ ਸਵੀਕਾਰ ਕਰਦਾ, ਮੈਂ ਆਲੋਚਨਾ ਨੂੰ ਸਵੀਕਾਰ ਕਰਦਾ, ਮੈਂ ਹਰ ਗੱਲ ਨੂੰ ਜੋ ਹੈ ਲੌਜੀਕਲ ਰੀਜ਼ਨਿੰਗ ਦੇ ਤਰਕਾਂ ਦੇ ਆਧਾਰ 'ਤੇ ਜੋ ਹੈ ਉਹਦੀ ਜਾਂਚ ਪੜਤਾਲ ਕਰਦਾ ਹਾਂ, ਫਿਰ ਜੋ ਹੈ ਮੈਂ ਨਿਰਣੇ ਲੈਂਦਾ ਹਾਂ, ਅਤੇ ਮੈਂ ਓਪਨ ਹਾਂ ਹਰ ਇੱਕ ਦੇ ਆਈਡੀਆਜ਼ ਲਈ, ਠੀਕ ਹੈ। ਅਤੇ ਜਦੋਂ ਤੁਸੀਂ, ਜਦ ਕਿ ਉਹ ਇੱਦਾਂ ਦਿਖਾਵਾ ਕਰਦੇ ਨੇ, ਲੇਕਿਨ ਜਦੋਂ ਤੁਸੀਂ ਉਹਨਾਂ ਅੱਗੇ ਕੋਈ ਵੀ ਵਿਚਾਰ ਰੱਖਣ ਲਈ ਜਾਂਦੇ ਹੋ ਤਾਂ ਉਹ ਕਹਿੰਦੇ ਆ ਬੇਟਾ ਤੁਹਾਡੀ ਉਮਰ ਬਹੁਤ ਛੋਟੀ ਹੈ, ਕੋਈ ਨਾ ਮੈਂ ਤੁਹਾਡੇ ਵਿਚਾਰ ਫਿਰ ਕਦੇ ਸੁਣਾਂਗਾ। ਤੋ ਕਹਿਣ ਨੂੰ ਉਹ ਕੀ ਕਹੀ ਜਾਂਦੇ ਆ ਬਾਰ-ਬਾਰ ਕਿ ਸਾਡੇ ਘਰ ਦੇ ਵਿੱਚ ਤਾਂ ਲੋਕਤੰਤਰ ਹੈ, ਡੈਮੋਕ੍ਰੇਸੀ ਹੈ, ਹਰ ਇੱਕ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੈ, ਲੇਕਿਨ ਜਦੋਂ ਅਸਲ ਦੇ ਵਿੱਚ ਵਾਰੀ ਆਉਂਦੀ ਹੈ ਵਿਚਾਰ ਰੱਖਣ ਦੀ ਤਾਂ ਤੁਹਾਨੂੰ ਜਿਹੜੇ ਹੈ, ਯਾਨੀ ਕਿ ਇੱਕ ਛੋਟਾ ਬੱਚਾ ਹੀ, ਅਸੀਂ ਤਾਂ ਕਿਸੇ ਜਿਹੜੀ ਚੰਗੀ ਗੱਲ ਹੈ ਕਿਸੇ ਛੋਟੇ ਬੱਚੇ ਤੋਂ ਵੀ ਸਿੱਖ ਸਕਦੇ ਹਾਂ, ਤਾਂ ਛੋਟੇ ਬੱਚੇ ਨੂੰ ਆਪਣੇ ਵਿਚਾਰ ਰੱਖਣ ਦੀ ਜਿਹੜੀ ਹੈ ਉਹ ਆਜ਼ਾਦੀ ਨਹੀਂ ਦਿੱਤੀ ਜਾ ਰਹੀ। ਸੋ ਇਹ ਤੁਹਾਡੇ ਘਰ ਦੇ ਵਿੱਚ ਟਰੂ ਡੈਮੋਕ੍ਰੇਸੀ ਨਹੀਂ ਹੈ, ਸਿਊਡੋ ਡੈਮੋਕ੍ਰੇਸੀ ਜਿਹੜੀ ਹੈ ਉਹੀ ਹੈ। ਸੋ ਕਹਿੰਦਾ ਇਸ ਪ੍ਰਸ਼ਨ ਦਾ ਉੱਤਰ ਜਾਣਨ ਲਈ ਅਸੀਂ ਕੁਝ ਉਦਾਹਰਨਾਂ ਲਵਾਂਗੇ। ਚਲੋ ਜੀ ਠੀਕ ਹੈ, ਓਕੇ। ਕਹਿੰਦਾ ਸਾਡਾ ਗੁਆਂਢੀ ਦੇਸ਼ ਹੈ, ਸਾਡਾ ਗੁਆਂਢੀ ਦੇਸ਼ ਕੌਣ ਹੈ? ਸਾਡਾ ਛੋਟਾ ਭਰਾ ਪਾਕਿਸਤਾਨ। ਉੱਥੇ ਦੇ ਸੈਨਿਕ ਕਮਾਂਡਰ ਪਰਵੇਜ਼ ਮੁਸ਼ਰਫ। ਪਰ ਪਰਵੇਜ਼ ਮੁਸ਼ਰਫ ਜੋ ਹੈ ਉਹ ਸਾਰਿਆਂ ਨੂੰ ਇੰਨਾ ਯਾਦ ਹੁੰਦਾ ਕਿ ਪਰਵੇਜ਼ ਮੁਸ਼ਰਫ ਜੋ ਹੈ ਉਹ ਇੱਕ ਤਾਂ ਮਿਲਟਰੀ ਦੇ ਆਫਿਸਰ ਰਹੇ ਨੇ, ਠੀਕ ਹੈ, ਮਿਲਟਰੀ ਚੀਫ ਰਹੇ ਨੇ, ਉਸ ਤੋਂ ਬਾਅਦ ਉਹ ਪਾਕਿਸਤਾਨ ਦੇ ਵਿੱਚ ਰਾਸ਼ਟਰਪਤੀ ਵੀ ਰਹੇ ਨੇ। ਸੋ ਅਸੀਂ ਇਹ ਦੇਖਦੇ ਹਾਂ ਕਿ ਮਿਲਟਰੀ ਚੀਫ ਤੋਂ ਉਹਨਾਂ ਦੇ ਰਾਸ਼ਟਰਪਤੀ ਬਣਨ ਦਾ ਸਫ਼ਰ ਜੋ ਹੈ ਉਹ ਅਸੀਂ ਦੇਖਣਾ ਹੈ ਕਿ ਉਹਨਾਂ ਨੇ ਕਿਵੇਂ ਤੈਅ ਕੀਤਾ ਹੈ। ਕਹਿੰਦੇ 1999 ਦੇ ਵਿੱਚ 1999 ਦੇ ਵਿੱਚ ਇੱਕ ਸੈਨਿਕ ਸਾਜ਼ਿਸ਼ ਦੁਆਰਾ ਸੱਤਾ ਸੰਭਾਲ ਲਈ ਕੂਪ ਕਰਤਾ ਸੀ, ਇਹਨਾਂ ਨੇ ਤਖਤਾ ਪਲਟ ਕਰ ਦਿੱਤਾ ਸੀਗਾ, ਜਿਹੜੀ ਆਮ ਜਨਤਾ ਦੀ ਚੁਣੀ ਹੋਈ ਸਰਕਾਰ ਸੀਗੀ, ਕਿਉਂਕਿ ਪਾਕਿਸਤਾਨ ਨੇ ਵੀ ਜੋ ਹੈ ਉਹ ਸੰਸਦੀ ਪ੍ਰਣਾਲੀ ਹੈ ਉਹ ਅਪਣਾਈ ਹੈ। ਸੰਸਦੀ ਪ੍ਰਣਾਲੀ 'ਚ ਕੀ ਹੁੰਦਾ ਹੈ? ਸੰਸਦੀ ਪ੍ਰਣਾਲੀ ਵਿੱਚ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਇੱਕ ਹੁੰਦਾ ਜੀ ਹੈਡ ਆਫ ਦਾ ਸਟੇਟ, ਇੱਕ ਹੁੰਦਾ ਜੀ ਹੈਡ ਆਫ ਦਾ ਗਵਰਨਮੈਂਟ। ਜਿਹੜਾ ਹੈਡ ਆਫ ਦਾ ਗਵਰਨਮੈਂਟ ਹੁੰਦਾ ਯਾਨੀ ਕਿ ਕਾਰਜਪਾਲਿਕਾ ਨੂੰ ਜਿਹੜਾ ਲੀਡ ਕਰਦਾ ਹੈ, ਯਾਨੀ ਕਿ CM ਨੂੰ ਜਿਹੜਾ ਲੀਡ ਕਰਦਾ, ਯਾਨੀ ਕਿ ਸਾਡੇ PM ਸਾਹਿਬ, ਉਹਨਾਂ ਦੀ ਚੋਣ ਜਿਹੜੀ ਹੈ ਉਹ ਆਮ ਜਨਤਾ ਵੱਲੋਂ ਕੀਤੀ ਜਾਂਦੀ ਹੈ, ਜਦਕਿ ਜਿਹੜੇ ਹੈਡ ਆਫ ਦਾ ਸਟੇਟ ਹੈ ਉਹਨਾਂ ਨੂੰ ਸਿੰਬੋਲਿਕ ਮੰਨਿਆ ਜਾਂਦਾ, ਉਹਨਾਂ ਨੂੰ ਕਨਸਟੀਟਿਊਸ਼ਨਲ ਹੈਡ ਮੰਨਿਆ ਜਾਂਦਾ ਹੈ। ਤਾਂ ਸੇਮ ਪਾਕਿਸਤਾਨ ਦੇ ਵਿੱਚ ਇਹੀ ਸੰਸਦੀ ਪ੍ਰਣਾਲੀ ਜੋ ਹੈ ਉਹ ਅਪਣਾਈ ਗਈ ਸੀ। ਸੋ ਇੱਥੇ ਪਹਿਲੀ ਚੀਜ਼ ਤਾਂ ਇਹ ਹੋਈ ਕਿ ਜਿਹੜੀ ਤੁਹਾਡੀ ਮਿਲਟਰੀ ਸੀਗੀ, ਹੁਣ ਮਿਲਟਰੀ ਜਿਹੜੀ ਹੁੰਦੀ ਹੈ ਸਾਡੇ ਦੇਸ਼ ਦੇ ਵਿੱਚ ਜੋ ਹੈ ਮਿਲਟਰੀ ਜੋ ਹੈ ਸੁਤੰਤਰ ਤੌਰ ਤੇ ਕੰਮ ਨਹੀਂ ਕਰ ਸਕਦੀ, ਉਹਨਾਂ ਨੂੰ ਜੋ ਹੈ PM ਦੀ ਆਰਡਰ ਤੇ ਹੀ ਕੰਮ ਕਰਨਾ ਪੈਂਦਾ ਹੈ। ਸੋ ਪਰਵੇਜ਼ ਮੁਸ਼ਰਫ ਸਾਹਿਬ ਉੱਥੇ ਮਿਲਟਰੀ ਦੇ ਚੀਫ ਸੀਗੇ ਪਾਕਿਸਤਾਨ ਦੇ ਵਿੱਚ। ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇੱਕ ਸੈਨਿਕ ਸਾਜ਼ਿਸ਼ ਕੀਤੀ, ਯਾਨੀ ਕਿ ਮਿਲਟਰੀ ਕੋਪ ਕੀਤਾ, ਉਹਦੇ ਦੁਆਰਾ ਜਿਹੜੀ ਹੈ ਉਹ ਸੱਤਾ ਸੰਭਾਲ ਲਈ। ਜਿਹੜੀ ਵੀ ਉੱਥੇ ਮੌਕੇ ਦੀ ਸਰਕਾਰ ਚੱਲ ਰਹੀ ਸੀ, PM ਜਿਹੜੀ ਸਰਕਾਰ ਨੂੰ ਲੀਡ ਕਰ ਰਹੇ ਸੀਗੇ, ਉਸ ਸਰਕਾਰ ਨੂੰ ਜੋ ਹੈ ਉਹ ਬਰਖਾਸਤ ਕਰਾ ਦਿੱਤਾ ਔਰ ਉਸ ਦੇਸ਼ ਦਾ ਜੋ ਸ਼ਾਸਨ ਹੈ ਉਹ ਜਨਤਾ ਦੀ ਚੁਣੀ ਹੋਈ ਸਰਕਾਰ ਤੋਂ ਖੋਹ ਕੇ ਇੱਕ ਮਿਲਟਰੀ ਚੀਫ ਵੱਲੋਂ ਆਪਣੇ ਹੱਥਾਂ ਦੇ ਵਿੱਚ ਕਰ ਲਿਆ, ਆਪਣੇ ਹੱਥਾਂ ਦੇ ਵਿੱਚ। ਸੋ ਇੱਥੇ ਹੁਣ ਤੁਸੀਂ ਇਹ ਕਹਿ ਸਕਦੇ ਹੋ ਕਿ ਜਨਤਾ ਦੇ ਸ਼ਾਸਨ 'ਚ ਭਾਗੀਦਾਰੀ ਹੈ, ਨਹੀਂ, ਜਨਤਾ ਦੇ ਸ਼ਾਸਨ 'ਚ ਕੋਈ ਭਾਗੀਦਾਰੀ ਨਹੀਂ ਹੈ, ਕਿਉਂਕਿ ਜਿਹੜਾ ਸ਼ਾਸਨ ਹੈ ਉਹ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਤੋਂ ਖੋਹ ਕੇ ਇੱਕ ਮਿਲਟਰੀ ਚੀਫ ਵੱਲੋਂ ਛਲ ਤੇ ਬਲ ਦੇ ਆਧਾਰ ਤੇ, ਬਲ ਜ਼ੋਰ, ਠੀਕ ਹੈ, ਕਿਉਂਕਿ ਜਿਹੜਾ ਵੀ ਆਵਾਜ਼ ਚੱਕੂਗਾ ਉਹਨੂੰ ਗੋਲੀ ਮਾਰਾਂਗੇ, ਕਿਉਂਕਿ ਮਿਲਟਰੀ ਦੇ ਵਿੱਚ ਡਿਸਿਪਲਿਨ ਬਹੁਤ ਜ਼ਿਆਦਾ ਹੁੰਦਾ, ਔਰ ਜੋ ਸੈਨਿਕ ਕਮਾਂਡਰ ਨੇ ਜਿਹੜੀ ਗੱਲ ਕਹਿ ਦਿੱਤੀ, ਠੀਕ ਹੈ ਜੀ, ਸਾਰਿਆਂ ਨੂੰ ਉਸ ਗੱਲ ਨੂੰ ਮੰਨਣਾ ਹੀ ਪਏਗਾ ਡਿਸਿਪਲਿਨ ਕਰਕੇ। ਸੋ ਪਰਵੇਜ਼ ਮੁਸ਼ਰਫ ਨੇ ਜਿਹੜੀ ਹੈ ਉਹ ਕੂਪ ਕੀਤਾ ਸੈਨਿਕ ਸਾਜ਼ਿਸ਼ ਦੁਆਰਾ, ਯਾਨੀ ਕਿ ਆਪਣੀ ਸ਼ਕਤੀ ਦੇ ਦੁਆਰਾ ਜੋ ਹੈ, ਸ਼ਕਤੀ, ਛਲ ਤੇ ਬਲ, ਯਾਨੀ ਕਿ ਸੈਨਿਕ ਤੇ ਸਾਜ਼ਿਸ਼ ਦੋਨੋਂ ਚੀਜ਼ਾਂ ਹੋ ਗਈਆਂ। ਸਾਜ਼ਿਸ਼ ਜਿਹੜੀ ਹੈ ਉਹ ਛਲ ਹੋ ਗਿਆ, ਠੀਕ ਹੈ ਜੀ, ਧੋਖਾ ਹੋ ਗਿਆ, ਤੇ ਸੈਨਿਕ ਯਾਨੀ ਕਿ ਬਲ ਹੋ ਗਿਆ। ਛਲ ਤੇ ਬਲ ਦੁਆਰਾ ਜਿਹੜੀ ਹੈ ਸੱਤਾ ਸੰਭਾਲ ਲਈ, ਠੀਕ ਹੈ। ਸੱਤਾ ਸੰਭਾਲ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਜਿਹੜੀ ਕੇਂਦਰੀ ਸੰਸਦ ਸੀ ਉੱਥੇ ਤੇ ਜਿਹੜੀ ਪ੍ਰਾਂਤਿਕ ਅਸੈਂਬਲੀਆਂ ਸੀਗੀਆਂ, ਸੇਮ ਸਾਡੇ ਦੇਸ਼ 'ਚ ਵੀ ਹੁੰਦਾ, ਆਲਰੇਡੀ ਚੈਪਟਰ 12-13 'ਚ ਪੜ੍ਹਾਏ ਜਾ ਚੁੱਕੇ ਆ, ਠੀਕ ਹੈ। ਕੇਂਦਰੀ ਸੰਸਦ ਜਿਹੜੀ ਕੇਂਦਰੀ ਵਿਧਾਨ ਪਾਲਿਕਾ, ਜਿਹੜੀ ਪ੍ਰਾਂਤਿਕ ਅਸੈਂਬਲੀ ਹੈ, ਯਾਨੀ ਕਿ ਜਿਹੜੇ ਕਿ ਸੂਬਿਆਂ ਦੀਆਂ, ਜਿਵੇਂ ਪੰਜਾਬ ਸੂਬਾ ਹੋਏਗਾ ਉੱਥੇ ਵੀ ਪੰਜਾਬ ਸੂਬਾ, ਬਲੋਚਿਸਤਾਨ ਇੱਕ ਸੂਬਾ ਹੈ, ਠੀਕ ਹੈ। ਜਿਵੇਂ ਸਾਡੇ ਪੰਜਾਬ 'ਚ ਪੰਜਾਬ, ਹਰਿਆਣਾ, ਹਿਮਾਚਲ, ਉਵੇਂ ਉਹਨਾਂ ਦੇ ਵੀ ਜਿਹੜੇ ਹੈ ਪ੍ਰੋਵਿੰਸਿਸ ਬਣੇ ਹੋਏ ਨੇ, ਸੂਬੇ ਬਣੇ ਹੋਏ ਨੇ, ਉਹਨਾਂ ਦੇ ਵਿੱਚ ਵੀ ਜਿਹੜੀ ਹੈ ਸੂਬੇ ਦੇ ਆਧਾਰ ਤੇ ਵੀ ਜਿਹੜੀ ਵਿਧਾਨ ਪਾਲਿਕਾ ਹੁੰਦੀ ਹੈ। ਜਿਵੇਂ ਕਿ ਮੈਂ ਤੁਹਾਨੂੰ ਚੈਪਟਰ 12 ਸ਼ੁਰੂ ਕਰਨ ਤੋਂ ਪਹਿਲਾਂ ਸੰਘਵਾਦ ਸਮਝਾਇਆ ਸੀ। ਸੰਘਵਾਦ ਦੇ ਵਿੱਚ ਮੈਂ ਦੱਸਿਆ ਸੀਗਾ ਕਿ ਜਿਹੜੇ ਸ਼ਾਸਨ ਹੈ ਸਾਡੇ ਦੇਸ਼ 'ਚ 2 ਲੈਵਲ ਤੇ ਚੱਲਦਾ, ਉੱਥੇ ਵੀ 2 ਲੈਵਲ ਤੇ ਹੀ ਚੱਲਦਾ, ਠੀਕ ਹੈ। ਤਾਂ ਉੱਥੇ ਦੀ ਜਿਹੜੀ ਕੇਂਦਰੀ ਸੰਸਦ ਹੈ, ਜਿਹੜੀ ਪ੍ਰਾਂਤਿਕ ਅਸੈਂਬਲੀਆਂ ਨੇ, ਉਹਨਾਂ ਦੀਆਂ ਸ਼ਕਤੀਆਂ ਨੂੰ ਘਟਾ ਦਿੱਤਾ। ਉਸ ਤੋਂ ਬਾਅਦ ਕੇਂਦਰੀ ਸੰਸਦ ਦੇ ਰਾਹੀਂ ਇੱਕ ਕਾਨੂੰਨ ਪਾਸ ਕਰਾਇਆ
जबकि तुसीं अपने हिंदुस्तान 'ਚ ਤਾਂ ਦੇਖਦੇ ਹੋ ਨਾ ਕਿ ਕੋਈ ਕਾਨੂੰਨ ਜੇ ਬਣਨਾ ਹੁੰਦਾ ਤਾਂ ਪਹਿਲਾਂ ਵਿਧਾਨ ਪਾਲਿਕਾ ਜਿਹੜੀ ਕਿ ਜਨਤਾ ਦੀ ਚੁਣੀ ਹੋਈ ਵਿਧਾਨ ਪਾਲਿਕਾ ਉਹਨਾਂ ਦੇ ਥਰੂ ਜਿਹੜਾ ਹੈ ਉਹ ਕਿਹਦੇ ਤੱਕ ਜਾਂਦਾ, ਪ੍ਰੈਜ਼ੀਡੈਂਟ ਦੇ ਕੋਲ ਜਾਂਦਾ। ਔਰ ਪ੍ਰੈਜ਼ੀਡੈਂਟ ਦੀ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹਦੇ ਉਸ ਮਤਲਬ ਬਹੁਤ ਰੇਅਰ ਕੇਸਿਸ ਦੇ ਵਿੱਚ ਜੋ ਹੈ ਪ੍ਰੈਜ਼ੀਡੈਂਟ ਵੱਲੋਂ ਮਨਾ ਕੀਤਾ ਜਾਂਦਾ ਹੈ ਕਿਸੇ ਵੀ ਬਿੱਲ ਨੂੰ ਜੋ ਹੈ ਉਹ ਐਕਟ ਬਣਾਉਣ ਤੋਂ। ਲੇਕਿਨ ਇੱਥੇ ਕੀ ਹੋ ਰਿਹਾ ਵਾ, ਇੱਥੇ ਕਾਨੂੰਨ ਕਿਹਦੇ ਵੱਲੋਂ ਪਾਸ ਕੀਤਾ ਜਾ ਰਿਹਾ ਵਾ, ਇੱਕ ਕਾਨੂੰਨ ਪਾਸ ਕੀਤਾ ਜਾ ਰਿਹਾ, ਉਹ ਇੱਕ ਮਿਲਟਰੀ ਦੇ ਕਮਾਂਡਰ ਵੱਲੋਂ ਪਾਸ ਕੀਤਾ ਜਾ ਰਿਹਾ ਹੈ, ਜਿਸ ਨੇ ਜੋ ਹੈ ਉਹ ਸੱਤਾ ਤੇ ਜੋ ਛਲ ਬਲ ਦੇ ਨਾਲ ਕਬਜ਼ਾ ਕਰ ਲਿਆ ਹੈ। ਹੁਣ ਇਹਨਾਂ ਵੱਲੋਂ ਇੱਕ ਤਾਂ ਪਹਿਲਾਂ ਜਿਹੜੀਆਂ ਪ੍ਰਾਂਤਿਕ ਜਿਹੜੀਆਂ ਅਸੈਂਬਲੀਆਂ ਤੇ ਕੇਂਦਰੀ ਸੰਸਦ ਹੈ ਉਹਨਾਂ ਦੀ ਪਾਵਰ ਘਟਾਤੀ। ਉਸ ਤੋਂ ਬਾਅਦ ਜਿਹੜਾ ਕਾਨੂੰਨ ਪਾਸ ਕਰਨਾ ਸੀ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਕੇਂਦਰੀ ਵਿਧਾਨ ਪਾਲਿਕਾ ਵੱਲੋਂ, ਉਹ ਕਾਨੂੰਨ ਇਹਨਾਂ ਨੇ ਭਾਈ ਸਾਹਿਬ ਨੇ ਆਪ ਪਾਸ ਕਰ ਦਿੱਤਾ ਜਾਂ ਕਰਵਾ ਦਿੱਤਾ ਉਹਨਾਂ ਤੇ ਪ੍ਰੈਸ਼ਰ ਪਾ ਕੇ, ਕਿਉਂਕਿ ਕਿਸੇ ਦੀ ਵੀ ਹਿੰਮਤ ਨਹੀਂ ਹੈ ਕਿ ਉਹ ਆਵਾਜ਼ ਚੱਕ ਸਕੇ ਇਹਨਾਂ ਦੇ ਅਗੇਂਸਟ ਗੋਲੀ ਮਾਰ ਦਿੱਤੀ ਜਾਏਗੀ। ਠੀਕ ਹੈ ਜੀ, ਕਾਨੂੰਨ ਪਾਸ ਕਰਤਾ ਜਿਸ ਵਿੱਚ ਆਪਣੇ ਆਪ ਨੂੰ ਦੇਸ਼ ਦਾ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ। ਠੀਕ ਹੈ ਜੀ, ਹੁਣ ਯਾਨੀ ਕਿ ਇਹ ਮਿਲਟਰੀ ਚੀਫ ਨਹੀਂ ਰਹੇ, ਹੁਣ ਕੀ ਬਣ ਚੁੱਕੇ ਨੇ, ਹੁਣ ਦੇਸ਼ ਦੇ ਰਾਸ਼ਟਰਪਤੀ ਬਣ ਚੁੱਕੇ ਨੇ। ਤੇ ਇਸੇ ਕਾਨੂੰਨ ਤਹਿਤ ਇਹ ਵਿਵਸਥਾ ਕਰ ਦਿੱਤੀ ਕਿ ਰਾਸ਼ਟਰਪਤੀ ਜਦੋਂ ਚਾਹੇ ਸੰਸਦ ਨੂੰ ਭੰਗ ਕਰ ਸਕਦਾ ਹੈ। ਲੇਕਿਨ ਤੁਹਾਨੂੰ ਜੇ ਯਾਦ ਹੋਵੇ ਸਾਡੇ ਦੇਸ਼ ਦੇ ਵਿੱਚ ਸੰਸਦ ਨੂੰ ਕੌਣ ਭੰਗ ਕਰਦਾ, ਸਾਡੇ ਦੇਸ਼ ਦੇ ਵਿੱਚ ਜਿਹੜੀ ਹੈਗੀ ਹੈ ਸੰਸਦ ਹੈ ਉਸ ਨੂੰ ਭੰਗ ਕਰਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਰਾਸ਼ਟਰਪਤੀ ਨੂੰ ਦਿੱਤੀ ਗਈ। ਲੇਕਿਨ ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਉਸ ਨੂੰ ਭੰਗ ਨਹੀਂ ਕਰਦਾ, ਉਹ ਉਸ ਨੂੰ ਜਾਂ ਤਾਂ ਟਾਈਮ ਪੀਰੀਅਡ ਪੂਰਾ ਹੋ ਜਾਵੇ ਲੋਕ ਸਭਾ ਦਾ, ਯਾਨੀ ਕਿ 5 ਸਾਲ ਪੂਰੇ ਹੋ ਜਾਣ, ਜਾਂ ਫਿਰ ਪੀਐਮ ਦੀ ਸਲਾਹ ਤੇ। ਪੀਐਮ ਕੌਣ ਹੁੰਦਾ, ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ। ਠੀਕ ਹੈ ਜੀ, ਤਾਂ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਕਹਿਣ ਤੇ ਜੋ ਹੈ ਸੰਸਦ ਨੂੰ ਭੰਗ ਕੀਤਾ ਜਾਂਦਾ ਹੈ। ਲੇਕਿਨ ਇਹਨਾਂ ਨੇ ਵਿਵਸਥਾ ਕੀ ਕਰਤੀ, ਰਾਸ਼ਟਰਪਤੀ ਜਿਨ੍ਹਾਂ ਨੂੰ ਜਨਤਾ ਨਹੀਂ ਚੁਣ ਰਹੀ, ਇਹ ਸਿੱਧਾ ਬਸ ਇਨਡਾਇਰੈਕਟਲੀ ਜਿਹੜੇ ਹੈ ਇੱਥੇ ਵੀ ਅਪਰਤਕ ਚੋਣ ਪ੍ਰਣਾਲੀ ਚੱਲਦੇ ਹੋਏ ਕਿ ਮੈਂ ਇਹ ਮੰਨ ਰਿਹਾ ਹਾਂ। ਠੀਕ ਹੈ, ਤਾਂ ਰਾਸ਼ਟਰਪਤੀ ਵੱਲੋਂ ਜੋ ਕਿ ਹੈਡ ਆਫ ਦਾ ਸਟੇਟ ਹੈ, ਹੈਡ ਆਫ ਦਾ ਗਵਰਨਮੈਂਟ ਨਹੀਂ ਹੈ, ਜਿਹਦਾ ਆਮ ਜਨਤਾ ਨਾਲ ਕੋਈ ਵੀ ਰਾਬਤਾ ਨਹੀਂ ਹੈ, ਉਹਦੇ ਵੱਲੋਂ ਜਿਹੜੀ ਜਨਤਾ ਦੀ ਚੁਣੀ ਹੋਈ ਸਰਕਾਰ ਹੈ, ਜਨਤਾ ਦੀ ਚੁਣੀ ਹੋਈ ਜਿਹੜੀ ਸੰਸਦ ਹੈ, ਜਿਹੜੀ ਜਨਤਾ ਦਾ ਚੁਣਿਆ ਹੋਇਆ ਜਿਹੜਾ ਸਦਨ ਹੈ ਉਸ ਨੂੰ ਭੰਗ ਕਰ ਸਕਦਾ ਹੈ। ਸੋ ਇਹ ਕਿੰਨੇ ਦਬਾਅ ਹੋਗੇ, ਸੰਸਦ ਕਦੇ ਵੀ ਜਿਹੜੀ ਕਿ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਨੇ ਉਹ ਕਦੇ ਵੀ ਤੁਹਾਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਦੇ ਅਗੇਂਸਟ ਕੁਝ ਵੀ ਬੋਲ ਸਕਦੇ, ਕਿਉਂ ਨਹੀਂ ਬੋਲ ਸਕਣਗੇ, ਕਿਉਂਕਿ ਉਹਨਾਂ ਨੂੰ ਪਤਾ ਸਾਨੂੰ ਇਹ ਕਦੇ ਵੀ ਜਿਹੜਾ ਹੈ ਪਹਿਲਾਂ ਤਾਂ ਗੋਲੀ ਦਾ ਡਰ ਹੈ, ਉਸ ਤੋਂ ਬਾਅਦ ਜੇ ਅਸੀਂ ਜਿੰਦਾ ਰਹਿ ਵੀ ਗਏ, ਜੇ ਅਸੀਂ ਸਰਕਾਰ ਦੇ ਵਿੱਚ ਬਣੇ ਵੀ ਰਹੇ ਤਾਂ ਸਾਡੀ ਸੰਸਦ ਨੂੰ ਕਦੇ ਵੀ ਜਿਹੜਾ ਇਹ ਭੰਗ ਕਰਵਾ ਸਕਦੇ ਨੇ। ਸੰਸਦ ਤੇ ਅਸੈਂਬਲੀਆਂ ਦੀ ਨਜ਼ਰਸਾਨੀ ਕਰਨ ਲਈ, ਮੋਨੀਟਰਿੰਗ ਕਰਨ ਲਈ, ਜੇ ਕਿ ਤੁਸੀਂ ਧਿਆਨ ਨਾਲ ਜੇ ਤੁਸੀਂ ਆਲਰੇਡੀ ਮੇਰਾ ਚੈਪਟਰ 12 ਪੜ੍ਹਿਆ ਹੋਇਆ ਤੁਸੀਂ ਜਾਣਦੇ ਹੋਵੋਗੇ ਕਿ ਕਾਰਜਪਾਲਿਕਾ ਜਿਹੜੀ ਕਿ ਐਗਜ਼ੀਕਿਊਟਿਵ ਹੁੰਦਾ ਹੈ ਉਹਦੇ ਤੇ ਨਜ਼ਰ ਕੌਣ ਕਰਦਾ ਹੈ, ਉਹਦੇ ਤੇ ਨਜ਼ਰ ਰੱਖਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਕਿਹਦੀ ਹੈ, ਵਿਧਾਨ ਪਾਲਿਕਾ ਦੀ, ਯਾਨੀ ਕਿ ਤੁਹਾਡੀ ਲੈਜਿਸਲੇਟਿਵ ਅਸੈਂਬਲੀਜ਼ ਦੀ, ਜਾਂ ਫਿਰ ਜਿਹੜੀ ਤੁਹਾਡੀ ਕੇਂਦਰੀ ਵਿਧਾਨ ਪਾਲਿਕਾ ਦੇ ਵਿੱਚ ਮੈਂਬਰ ਬੈਠੇ ਆ ਉਹਨਾਂ ਦੀ, ਯਾਨੀ ਕਿ ਜਿਹੜੇ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਵੱਲੋਂ ਜਿਹੜੇ ਐਗਜ਼ੀਕਿਊਟਿਵਸ ਨੇ, ਚਾਹੇ ਉਹ ਸੀਓਐਮ ਹੋਵੇ, ਚਾਹੇ ਪੀਐਮ ਹੋਵੇ, ਚਾਹੇ ਪ੍ਰੈਜ਼ੀਡੈਂਟ ਹੋਵੇ, ਉਹਨਾਂ ਤੇ ਜਿਹੜੀ ਹੈ ਉਹ ਨਜ਼ਰਸਾਨੀ ਕੀਤੀ ਜਾਂਦੀ ਹੈ। ਲੇਕਿਨ ਇੱਥੇ ਕੀ ਹੋ ਰਿਹਾ ਹੈ, ਇੱਥੇ ਤਾਂ ਉਲਟਾ ਹੋ ਰਿਹਾ, ਇੱਥੇ ਜਨਤਾ ਜਿਹੜੀ ਹੈ ਉਹ ਨਜ਼ਰਸਾਨੀ ਨਹੀਂ ਕਰ ਰਹੀ, ਜਿਹੜੇ ਕਾਰਜਕਾਰੀ ਨੇ ਯਾਨੀ ਕਿ ਐਗਜ਼ੀਕਿਊਟਿਵ ਨੇ ਵਿਚਾਰੀ, ਸਗੋਂ ਜਨਤਾ ਦੇ ਉੱਤੇ ਨਜ਼ਰ ਰੱਖਣ ਲਈ, ਜਨਤਾ ਦਾ ਜਿਹੜਾ ਚੁਣਿਆ ਹੋਇਆ ਸਦਨ ਉਹਦੇ ਤੇ ਨਜ਼ਰ ਰੱਖਣ ਲਈ ਜਿਹੜੀ ਹੈ ਉਹ ਇੱਕ ਸੈਨਿਕ ਅਫਸਰਾਂ ਦੀ ਕੌਂਸਲ ਬਣਾ ਦਿੱਤੀ ਗਈ ਹੈ। ਉਲਟਾ ਕੰਮ ਚੱਲ ਰਿਹਾ ਜੀ। ਠੀਕ ਹੈ, ਲੋਕਤੰਤਰ ਵਿੱਚ ਅੰਤਿਮ ਸ਼ਕਤੀ ਜਿਹੜੀ ਹੈ ਜਨਤਾ ਦੇ ਚੁਣੇ ਹੋਏ ਪ੍ਰਤੀਨਿਧੀਆਂ ਕੋਲ ਹੁੰਦੀ ਹੈ, ਇਹ ਸਾਨੂੰ ਪਤਾ ਹੈ। ਪਰ ਮੁਸ਼ਰਫ ਦੇ ਕਾਲ 'ਚ ਕੀ ਹੋਇਆ, ਜਨਤਾ ਦੇ ਚੁਣੇ ਹੋਏ ਪ੍ਰਤੀਨਿਧੀਆਂ ਕੋਲੋਂ ਅੰਤਿਮ ਸ਼ਕਤੀ ਜਿਹੜੀ ਹੈ ਉਹ ਖੋ ਲਈ ਹੈ। ਕਿਵੇਂ ਖੋਈ ਗਈ ਹੈ, ਪਹਿਲੀ ਚੀਜ਼ ਕਿ ਤੁਹਾਡੀ ਸੰਸਦ ਨੂੰ ਕਦੇ ਵੀ ਭੰਗ ਕਰ ਦਾਂਗੇ। ਠੀਕ ਹੈ ਜੀ, ਉਸ ਤੋਂ ਬਾਅਦ ਦੂਸਰੀ ਚੀਜ਼ ਇਹਨਾਂ ਦੀ ਪਾਵਰ ਜਿਹੜੀ ਹੈ ਉਹਨਾਂ ਨੂੰ ਘਟਾ ਦਿੱਤਾ ਗਿਆ ਵਾ। ਤੀਸਰਾ, ਇਹਨਾਂ ਦੀ ਨਜ਼ਰਸਾਨੀ ਕਰਨ ਲਈ ਜਿਹੜੀ ਇਹਨਾਂ ਦੀ ਅਕਾਊਂਟੇਬਿਲਿਟੀ ਤੈਅ ਕਰਨ ਲਈ ਸੈਨਿਕ ਅਫਸਰਾਂ ਦੀ ਕੌਂਸਲ ਬਣਾ ਦਿੱਤੀ। ਸੋ ਕਹਿੰਦਾ ਕਿ ਅਜਿਹੀ ਸਰਕਾਰ ਨੂੰ ਅਸੀਂ ਲੋਕਤੰਤਰੀ ਸਰਕਾਰ ਨਹੀਂ ਕਹਿ ਸਕਦੇ, ਜਦਕਿ ਉਹ ਦੁਨੀਆ 'ਚ ਕੀ ਪ੍ਰਚਾਰ ਕਰ ਰਹੇ ਨੇ ਕਿ ਸਾਡੇ ਦੇਸ਼ ਵਿੱਚ ਲੋਕਤੰਤਰ ਹੈ, ਸਾਡੇ ਦੇਸ਼ ਦੇ ਵਿੱਚ ਚੁਣੀ ਹੋਈ ਜਿਹੜੀ ਸੰਸਦ ਹੈ ਉਹ ਕੰਮ ਕਰ ਰਹੀ ਹੈ। ਲੇਕਿਨ ਇੱਥੇ ਅਸਲ ਕੰਮ ਕੌਣ ਕਰ ਰਿਹਾ ਹੈ, ਇੱਕ ਸੈਨਿਕ ਕਮਾਂਡਰ ਜਿਸ ਨੇ ਛਲ ਬਲ ਦੇ ਨਾਲ ਜੋ ਹੈ ਰਾਸ਼ਟਰਪਤੀ ਦੀ ਗੱਦੀ ਹਾਸਲ ਕਰ ਰਹੀ ਹੈ। ਠੀਕ ਹੈ, ਉਸ ਤੋਂ ਬਾਅਦ ਉਹਨਾਂ ਵੱਲੋਂ ਜੋ ਹੈ ਦੇਸ਼ ਦਾ ਸ਼ਾਸਨ ਚਲਾਇਆ ਜਾ ਰਿਹਾ ਹੈ। ਦੇਸ਼ ਦਾ ਸ਼ਾਸਨ ਆਮ ਜਨਤਾ ਦੇ ਚੁਣੇ ਹੋਏ ਪ੍ਰਤੀਨਿਧੀਆਂ ਵੱਲੋਂ ਨਹੀਂ ਚਲਾਇਆ ਜਾ ਰਿਹਾ ਹੈ। ਸੋ ਅਗਲਾ ਐਗਜ਼ਾਮਪਲ ਲੈਂਦੇ ਹਾਂ। ਸੋ ਪਹਿਲੀ ਜਿਹੜੀ ਗੱਲ ਹੈ, ਪਹਿਲਾ ਤੱਥ ਜਿਹੜਾ ਅਸੀਂ ਕੱਢ ਲਿਆ ਉਹ ਇਹ ਹੈ ਕਿ ਜ਼ਰੂਰੀ ਨਹੀਂ ਹੈ ਕਿ ਜੇ ਚੋਣਾਂ ਹੋਈਆਂ ਹੋਣ, ਕਿਉਂਕਿ ਪਾਕਿਸਤਾਨ 'ਚ ਚੋਣਾਂ ਹੋ ਕੇ ਸੰਸਦ ਦਾ ਨਿਰਮਾਣ ਕੀਤਾ ਹੋਊਗਾ, ਤਾਂ ਜੇ ਚੋਣਾਂ ਹੋ ਗਈਆਂ ਕਿਤੇ ਨਿਯਮਿਤ ਕਾਲੀਨ ਜੇ ਚੋਣਾਂ ਹੋ ਗਈਆਂ ਤਾਂ ਇਹਦਾ ਮਤਲਬ ਹੈ ਕਿ ਉੱਥੇ ਲੋਕਤੰਤਰ ਆ ਗਿਆ। ਨਹੀਂ, ਜ਼ਰੂਰੀ ਨਹੀਂ ਹੈ ਕਿ ਜੇ ਨਿਯਮਿਤ ਕਾਲੀਨ ਚੋਣਾਂ ਹੁੰਦੀਆਂ ਪਈਆਂ ਤਾਂ ਉੱਥੇ ਲੋਕਤੰਤਰ ਆ ਗਿਆ। ਉੱਥੇ ਡਿਸੀਜ਼ਨ ਲੈਣ ਦੀ ਜਿਹੜੀ ਪਾਵਰ ਹੈਗੀ ਆ ਉਹ ਆਮ ਜਨਤਾ ਦੇ ਨੁਮਾਇੰਦਿਆਂ ਕੋਲੋਂ ਹੋਣੀ ਚਾਹੀਦੀ ਹੈ। ਤਾਂ ਹੀ ਲੋਕਤੰਤਰ ਦਾ ਜਿਹੜਾ ਅਸਲੀ ਅਰਥ ਹੈ ਕਿ ਲੋਕਾਂ ਦੀ ਸ਼ਾਸਨ ਵਿੱਚ ਭਾਗੀਦਾਰੀ, ਉਹ ਅਰਥ ਜੋ ਹੈ ਸਕਾਰਤ ਹੋ ਪਾਏਗਾ, ਅਸਲ ਪ੍ਰੂਵ ਹੋ ਪਾਏਗਾ। ਨਹੀਂ ਤਾਂ ਅਸੀਂ ਉਸ ਸ਼ਾਸਨ ਨੂੰ ਲੋਕਤੰਤਰੀ ਸ਼ਾਸਨ ਨਹੀਂ ਕਹਿ ਸਕਦੇ। ਤੁਸੀਂ ਇਹ ਪੁਆਇੰਟ ਸਮਝ ਪਾ ਰਹੇ ਹੋਵੋਗੇ ਕਿ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਕੋਲ, ਯਾਨੀ ਕਿ
ਇਨਡਾਇਰੈਕਟਲੀ जनता ਕੋਲ जो है निर्णय लैन की पावर होनी चाहिए, लेकिन उपरले केस पावर लैन जी निर्णय लैन की पावर है वो किसी सैनिक कमांडर के कोल, राष्ट्रपति के कोल, एक व्यक्ति को, एक तानाशाह के कोल चली गई है। ठीक है जी, ओके। अगली उदाहरण समझते हैं। अगली उदाहरण की हो रही है, कहता अगली उदाहरण जी है साडे दूजा गवांढी देश ले लिया जी चीन। ये बारे मैं पहला भी दस चुके हैं। चीन के जो है वो बहुदली जी प्रणाली नहीं है। बहुदली प्रणाली का मतलब है कि उत्थे बहुत सारे दल जो है वो चोणां नहीं लड़ते, यानी कि जनता नूं जिहड़ी है वो किसी भी तरीके की चॉइस नहीं दी जा रही है, विकल्प नहीं दिता जा रहा है। सो ਇਹਦੇ ਵਿੱਚ ਜੇ ਵਿਕਲਪ ਹੀ ਨਹੀਂ ਦੋਗੇ ਫਿਰ ਇਹ ਕਾਹਦਾ ਲੋਕਤੰਤਰ ਹੈ? ਕਿਉਂਕਿ ਲੋਕਤੰਤਰ ਤਾਂ ਇਹ ਕਹਿੰਦਾ ਹੈ ਕਿ ਅਸਹਿਮਤੀਆਂ ਹੋਣੀਆਂ ਚਾਹੀਦੀਆਂ, ਆਲੋਚਨਾ ਹੋਣੀ ਚਾਹੀਦੀ ਹੈ, ਵਿਚਾਰਾਂ ਨੂੰ ਖੁੱਲ੍ਹ ਕੇ ਰੱਖਿਆ ਜਾਣਾ ਚਾਹੀਦਾ ਹੈ। ਲੇਕਿਨ ਇੱਥੇ ਤਾਂ ਕੋਈ ਅਸਹਿਮਤੀ ਨਹੀਂ ਹੈ, ਅਸਹਿਮਤੀ ਨੂੰ ਖਤਮ ਕਰ ਦਿੱਤਾ ਗਿਆ। ਐਕਚੁਅਲੀ ਉੱਥੇ ਤਾਂ ਕਨਸਟੀਟਿਊਸ਼ਨ ਇਦਾਂ ਦਾ ਲਿਖਿਆ ਗਿਆ ਕਿ ਉੱਥੇ ਅਸਹਿਮਤੀ ਨਾਮ ਦਾ ਕੋਈ ਜਿਹੜਾ ਹੈ ਸ਼ਬਦ ਹੀ ਉਸ ਉਹਨਾਂ ਦੇ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਦੇ ਦੇਸ਼ ਐਗਜ਼ਿਸਟ ਹੀ ਨਹੀਂ ਕਰ ਰਿਹਾ। ਜੇ ਅਸਹਿਮਤੀ ਨਹੀਂ ਹੈ ਤਾਂ ਦੂਜੀ ਪਾਰਟੀ ਤੋਂ ਕਿਤੋਂ ਨਿਕਲ ਕੇ ਸਾਹਮਣੇ ਆ ਹੀ ਨਹੀਂ ਸਕਦੀ ਹੈਗੀ। ਠੀਕ ਹੈ, ਦੂਜੀ ਪਾਰਟੀ ਨਹੀਂ ਹੈ ਤਾਂ ਜਨਤਾ ਕੋਲ ਕੋਈ ਜਿਹੜਾ ਹੈ ਉਹ ਚੋਇਸ ਹੀ ਨਹੀਂ ਹੈ। ਉਹਨਾਂ ਦੀ ਮਜਬੂਰੀ ਹੈ ਕਿ ਇੱਕੋ ਪਾਰਟੀ ਦੇ ਨੁਮਾਇੰਦਿਆਂ ਨੂੰ ਜੋ ਹੈ ਉਹਨਾਂ ਨੂੰ ਚੁਣ ਕੇ ਭੇਜਣਾ ਪਊਗਾ। ਨੋ ਡਾਊਟ ਇੱਥੇ ਕੁਝ ਛੁੱਟ-ਪੁੱਟ ਦਲ ਹੈਗੇ, ਲੇਕਿਨ ਉਹਨਾਂ ਨੂੰ ਕੰਮ ਕਰਨ ਹੀ ਨਹੀਂ ਦਿੱਤਾ ਜਾਂਦਾ। ਅਸੀਂ ਪੜ੍ਹਦੇ ਹਾਂ, ਕਹਿੰਦਾ ਚੀਨ ਵਿੱਚ ਹਰ 5 ਸਾਲਾਂ ਬਾਅਦ ਚੋਣਾਂ ਹੁੰਦੀਆਂ ਨੇ। यानी कि जे चोणा हो गया तो की कहोगे ये तो लोकतंत्र हो गया। नियमितकालीन चोणा हो रही हर 5 साल बाद नियमितकालीन चोणा हो रही ने। ठीक है, चोणा तो पाकिस्तान च हुई सी, संसद उन्होंने भी चुनी सी, लेकिन असल जनता जी जनता असल जी पावर है जनता के कोल नहीं सी। उस तरीके चीन कहता 5 साल बाद ना चोणा हो गया, हुण तुसीं इहनूं लोकतंत्र कह दोगे? नहीं, इहनूं लोकतंत्र नहीं कहांगे। पर आ गया, एक्सैप्शन शुरू हो गई है। चलो, कहता जी वोटरां कोल ना सिर्फ इक्को ही ऑप्शन है, ਇੱਕੋ ਹੀ ਆਪਸ਼ਨ ਹੈ, ਉਹ ਹੈ ਕਮਿਊਨਿਸਟ ਪਾਰਟੀ। ਕਮਿਊਨਿਸਟ ਪਾਰਟੀ ਵੱਲੋਂ ਹੀ ਜੋ ਹੈ ਆਪਣੀ ਪਾਰਟੀ ਦੇ ਜਿਹੜੇ ਵਰਕਰ ਹੁੰਦੇ ਨੇ, ਆਪਣੀ ਪਾਰਟੀ ਦੇ ਵਰਕਰਾਂ ਨੂੰ ਜੋ ਹੈ ਮਨੋਨੀਤ ਕੀਤਾ ਜਾਂਦਾ ਹੈ। ਉਹਨਾਂ ਵੱਲੋਂ ਕਮਿਊਨਿਸਟ ਪਾਰਟੀ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਸਾਡਾ ਇੱਕ ਵਰਕਰ ਹੈ A, ਸਾਡਾ ਦੂਜਾ ਵਰਕਰ ਹੈ B। ਠੀਕ ਹੈ ਜੀ, ਸਾਡਾ ਇੱਕ ਵਰਕਰ ਹੈ A, ਸਾਡਾ ਇੱਕ ਵਰਕਰ ਹੈ B, ਇਹਨਾਂ ਦੇ ਵਿੱਚੋਂ ਚੁਣ ਲਓ ਜਿਹੜਾ ਮੈਂ ਚੁਣਨਾ ਹੈ। ਯਾਰ ਹੁਣ ਮੈਂ ਇੱਕ ਸਿੰਪਲ ਜੀ ਗੱਲ ਦੱਸਾਂ, ਜੇ ਭਾਰਤ ਦਾ ਸਿਨੈਰੀਓ ਲਵਾਂ, ਦੋ ਪਾਰਟੀਆਂ ਨੇ, ਕਾਂਗਰਸ ਪਾਰਟੀ है, ठीक है, दूसरी पार्टी ਜਿਹੜੀ है वो बीजेपी है। ठीक है जी, बीजेपी। ओके, कांग्रेस पार्टी ਨੂੰ ਜਿਹੜਾ ਹੈ ਉਹ ਲਿਬਰਲ ਪਾਰਟੀ ਕਿਹਾ ਜਾਂਦਾ ਹੈ ਕਿ ਇਹ ਸਾਰਿਆਂ ਦੇ ਵਿਚਾਰਾਂ ਨੂੰ ਜਿਹੜਾ ਹੈ ਮੰਨਦੇ ਨੇ ਔਰ ਅਸਹਿਮਤੀਆਂ ਨੂੰ ਵੀ ਜਿਹੜਾ ਹੈ ਉਹ ਥਾਂ ਦਿੰਦੇ ਨੇ। ਠੀਕ ਹੈ, ਬੀਜੇਪੀ ਪਾਰਟੀ ਦੇ ਅਗੇਂਸਟ ਮਤਲਬ ਇਦਾਂ ਦਾ ਪ੍ਰੋਪੇਗੈਂਡਾ ਕੀਤਾ ਜਾਂਦਾ ਹੈ, ਸੱਚ ਹੈ ਮੈਨੂੰ ਨਹੀਂ ਪਤਾ। ਕਿਹਾ ਜਾਂਦਾ ਹੈ ਕਿ ਇਸ ਪਾਰਟੀ ਦੇ ਜਿਹੜਾ ਵੱਲੋਂ ਹੈ ਉਹ ਇੱਕ ਪਾਰਟੀ ਕੱਟੜਪੰਥੀ ਹੈ ਔਰ ਕੱਟੜਪੰਥੀ ਹੋਣ ਕਰਕੇ ਸਿਰਫ ਜਿਹੜਾ ਬਹੁਮਤ ਸਮਾਜ ਹੈ, ਜਿਹੜੀ ਬਹੁਮਤ ਸਮੁਦਾਇ ਹੈ ਸਾਡੇ ਦੇਸ਼ ਦੇ ਵਿੱਚ, ਉਹਨਾਂ ਦੇ ਹੱਕ ਦੇ ਵਿੱਚ ਹੀ ਇਹਨਾਂ ਵੱਲੋਂ ਸਾਰੀਆਂ ਗੱਲਾਂ ਜੋ ਹੈ, ਉਹਨਾਂ ਵੱਲੋਂ ਸਾਰੇ ਨਿਰਣੇ ਜੋ ਹੈ ਉਹ ਲਏ ਜਾਂਦੇ ਹੈ। ਜਦਕਿ ਕਾਂਗਰਸ ਜਿਹੜੀ ਆ ਉਹ ਹਰ ਸਮੁਦਾਇ ਦਾ, ਚਾਹੇ ਉਹ ਮਾਈਨੋਰਟੀ ਹੈ ਚਾਹੇ ਮੈਜੋਰਟੀ ਹੈ, ਸਾਰਿਆਂ ਦਾ ਧਿਆਨ ਰੱਖਦੇ, ਕਿਉਂਕਿ ਜਿਹੜਾ ਇੱਕ ਲਿਬਰਲ ਬੰਦਾ ਹੁੰਦਾ ਹੈ ਉਹ ਹਰ ਇੱਕ ਦੇ ਅਧਿਕਾਰਾਂ ਦਾ ਧਿਆਨ ਰੱਖਦਾ ਹੈ। ਸੋ ਕਾਂਗਰਸ ਨੂੰ ਜਿਹੜਾ ਹੈ ਲਿਬਰਲ ਕਿਹਾ ਜਾਂਦਾ ਕੱਟੜ। ਹੁਣ ਤੁਹਾਡੀ ਆਪਣੀ ਸੋਚ ਹੈ, ਜੇ ਇੱਕ ਵਿਅਕਤੀ ਜਿਹੜਾ ਹੈ ਜੇ ਉਹ ਆਪ ਲਿਬਰਲ ਹੋਏਗਾ ਤਾਂ ਕਾਂਗਰਸ ਨੂੰ ਵੋਟ ਪਾਉਣ ਨੂੰ ਤਿਆਰ ਹੋ ਜਾਏਗਾ, ਜੇ ਉਹ ਕੱਟੜਪੰਥੀ ਹੋਏਗਾ ਤਾਂ ਬੀਜੇਪੀ ਨੂੰ ਵੋਟ ਪਾਉਣ ਨੂੰ ਤਿਆਰ ਹੋ ਜਾਏਗਾ। ਸੋ ਉਹਦੇ ਕੋਲ ਆਪਸ਼ਨਸ ਨੇ, ਔਰ ਇੱਕ ਆਪਸ਼ਨ ਨਹੀਂ, ਉਹਦੇ ਕੋਲ ਪਤਾ ਨਹੀਂ ਕਿੰਨੇ ਸਾਰੇ ਆਪਸ਼ਨ ਨੇ, ਕਿੰਨੀਆਂ ਪਾਰਟੀਆਂ ਨੇ ਜਿਹੜੀਆਂ ਕੰਮ ਕਰ ਰਹੀਆਂ ਇਸ ਦੇਸ਼ ਵਿੱਚ। ਲੇਕਿਨ ਕਮਿਊਨਿਸਟ ਜਦੋਂ ਰਿਜ਼ਾਈਨ ਚੱਲ ਰਿਹਾ ਹੈ, ਕਮਿਊਨਿਸਟ ਰਾਜ ਚੱਲ ਰਿਹਾ ਹੈ, ਕਮਿਊਨਿਸਟ ਪਾਰਟੀ ਦਾ ਰਾਜ ਚੱਲ ਰਿਹਾ ਹੈ ਚੀਨ ਦੇ ਵਿੱਚ, ਉੱਥੇ ਤੁਹਾਡੇ ਕੋਲ ਇਹ ਆਪਸ਼ਨ ਨਹੀਂ ਹੈ, ਤੁਹਾਡੇ ਕੋਲ ਕੋਈ ਵਿਕਲਪ ਨਹੀਂ ਹੈ। ਠੀਕ ਹੈ, ਚੀਨ ਵਿੱਚ ਕਮਿਊਨਿਸਟ ਪਾਰਟੀ ਦੁਆਰਾ ਮਨੋਨੀਤ ਠੀਕ ਹੈ, ਮਤਲਬ ਪਾਰਟੀ ਦੇ ਇੰਟਰ ਪਾਰਟੀ ਡੈਮੋਕ੍ਰੇਸੀ ਵੀ ਨਹੀਂ ਪਾਈ ਜਾ ਰਹੀ ਹੈਗੀ। ਕਹਿਣ ਦਾ ਭਾਵ ਇਹ ਕਿ ਇੰਟਰ ਪਾਰਟੀ ਡੈਮੋਕ੍ਰੇਸੀ ਦਾ ਮੈਂ ਐਗਜ਼ਾਮਪਲ ਇਹ ਦੇਣਾ ਚਾਹੂੰਗਾ ਕਿ ਨਾ ਕਾਂਗਰਸ ਦੇ ਵਿੱਚ ਜਿਹੜਾ ਹੈ ਉਹ ਵਰਕਿੰਗ ਪ੍ਰੈਜ਼ੀਡੈਂਟ ਚੁਣਨਾ ਹੈ, ਕਾਂਗਰਸ ਦਾ ਵਰਕਿੰਗ ਪ੍ਰੈਜ਼ੀਡੈਂਟ ਚੁਣਨਾ ਹੈ ਤਾਂ ਜਿੰਨੇ ਵੀ ਡੈਲੀਗੇਟਸ ਨੇ ਜਿਹੜੇ ਅਲੱਗ-ਅਲੱਗ ਸੂਬਿਆਂ ਤੋਂ, ਯਾਨੀ ਕਿ ਪੰਜਾਬ, ਹਰਿਆਣਾ, ਹਿਮਾਚਲ, ਜਿੰਨੇ ਵੀ ਸੂਬੇ ਨੇ ਇੰਡੀਆ ਦੇ ਵਿੱਚ 28 29, ਠੀਕ ਹੈ, ਉਹਨਾਂ ਤੋਂ ਜਿਹੜੇ ਵੀ ਡੈਲੀਗੇਟਸ ਆਏ ਹੋਣਗੇ ਉਹਨਾਂ ਵੱਲੋਂ ਆਪਣੇ ਵਰਕਿੰਗ ਪ੍ਰੈਜ਼ੀਡੈਂਟ ਚੁਣਨ ਦੇ ਲਈ, ਵਰਕਿੰਗ ਪ੍ਰੈਜ਼ੀਡੈਂਟ ਦੇ ਲਈ ਸਪੋਜ਼ ਕਰ ਲਓ ਕਿ 4 ਕੈਂਡੀਡੇਟ ਖੜੇ ਹੋਏ ਨੇ। ਇੱਕ ਨੇ ਰਾਹੁਲ ਜੀ, ਦੂਜੇ ਨੇ ਸਚਿਨ ਪਾਇਲਟ, ਠੀਕ ਹੈ ਜੀ, ਇੱਕ ਨੇ ਸੋਨੀਆ ਜੀ, ਠੀਕ ਹੈ ਜੀ, ਸੋਨੀਆ ਜੀ ਨੇ, ਸਚਿਨ ਪਾਇਲਟ ਜੀ ਨੇ। ਠੀਕ ਹੈ, ਸੋ ਇਹਨਾਂ ਡੈਲੀਗੇਟਸ ਵੱਲੋਂ ਜੋ ਹੈ ਵੋਟਿੰਗ ਕੀਤੀ ਜਾਊਗੀ, ਜਿਹਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਹੋਣਗੀਆਂ ਉਹਨੂੰ ਵਰਕਿੰਗ ਪ੍ਰੈਜ਼ੀਡੈਂਟ ਜੋ ਹੈ ਕਾਂਗਰਸ ਦਾ ਬਣਾ ਦਿੱਤਾ ਜਾਏਗਾ। ਠੀਕ ਹੈ, ਤਾਂ ਇੱਥੇ ਦੇਖੋ ਇੰਟਰ ਪਾਰਟੀ ਵੀ ਡੈਮੋਕ੍ਰੇਸੀ ਚੱਲ ਰਹੀ ਹੈ ਨਾ, ਇੰਟਰ ਪਾਰਟੀ ਡੈਮੋਕ੍ਰੇਸੀ ਵੀ ਚੱਲ ਰਹੀ ਹੈ, ਚੋਣਾਂ ਹੋ ਰਹੀਆਂ ਨੇ, ਵਿਚਾਰ ਰੱਖਣ ਦੀ ਸਹਿਮਤੀ ਜਿਹੜੀ ਹੈ ਦਿੱਤੀ ਜਾ ਰਹੀ ਹੈ। ਲੇਕਿਨ ਚੀਨ ਦੇ ਵਿੱਚ ਤਾਂ ਜਿਹੜੇ ਤੁਸੀਂ ਇਹ 2 ਕੈਂਡੀਡੇਟ ਵੀ ਜਿਹੜੇ ਹੈਗੇ ਉਹ ਐਟਲੀਸਟ ਜਿਹੜੇ ਤੁਹਾਡੇ ਪਾਰਟੀ ਦੇ ਡੈਲੀਗੇਟਸ ਨੇ ਉਹਨਾਂ ਤੋਂ ਤਾਂ ਪੁੱਛ ਲਓ। ਨਹੀਂ, ਕਿਸੇ ਨਾ ਕਿਸੇ ਸਰਵਪਰੀ ਇੱਕ ਹੀ ਵਿਅਕਤੀ ਵੱਲੋਂ, ਸ਼ੀ ਜਿਨਪਿੰਗ ਜੇ ਸਪੋਜ਼ ਕਰ ਲਓ ਉੱਥੇ ਦੇ ਪ੍ਰੈਜ਼ੀਡੈਂਟ ਨੇ, ਠੀਕ ਹੈ, ਉਹ ਤਾਂ ਫਿਰ ਇੱਕ ਤਾਨਾਸ਼ਾਹ ਬਣ ਕੇ ਬੈਠ ਗਏ ਕਿਉਂਕਿ ਉਹ ਰਾਜੇ ਵਾਲੀ ਭੂਮਿਕਾ ਨਿਭਾ ਰਿਹਾ, ਉਹਨਾਂ ਵੱਲੋਂ ਜੋ ਕਹਿ ਦਿੱਤਾ ਗਿਆ, ਠੀਕ ਹੈ, ਉਹਨਾਂ ਵੱਲੋਂ ਜਿਹੜੇ ਵਿਅਕਤੀ ਨੂੰ ਨਾਮਿਤ ਕਰ ਦਿੱਤਾ ਜਾਏਗਾ, ਯਾਨੀ ਕਿ ਉਹਨਾਂ ਦੇ ਆਮ ਵਰਕਰ ਦੀ ਵੀ ਜਿਹੜੀ ਹੈ ਉਹ ਕੋਈ ਵਾਹ ਨਹੀਂ ਚੱਲ ਰਹੀ ਹੈ।
ਠੀਕ ਹੈ, ਉਹਨਾਂ ਦੀ ਵੀ ਇਹਨਾਂ ਵਿਅਕਤੀਆਂ ਨੂੰ ਚੁਣਨ ਦੇ, ਇਹਨਾਂ ਦੋ ਉਮੀਦਵਾਰਾਂ ਨੂੰ ਚੁਣਨ 'ਚ ਕੋਈ ਰੋਲ ਨਹੀਂ ਹੈ। ਤਾਂ ਇੰਟਰ ਪਾਰਟੀ ਡੈਮੋਕ੍ਰੇਸੀ ਵੀ ਉੱਥੇ ਨਹੀਂ ਪਾਈ ਜਾ ਰਹੀ ਹੈ। ਠੀਕ ਹੈ, ਤਾਂ ਚੀਨ ਦੀ ਜੀ ਗੱਲ ਕਰ ਸੀ, ਚੀਨ ਦੇ ਵਿੱਚ ਕਮਿਊਨਿਸਟ ਪਾਰਟੀ ਦੁਆਰਾ ਮਨੋਨੀਤ ਕੀਤੇ ਗਏ ਉਮੀਦਵਾਰ ਜਿਹੜੇ ਉਹ ਚੋਣ ਲੜਨਗੇ। ਚੀਨ ਦੀ ਸੰਸਦ ਦੇ ਵਿੱਚ ਕੁਝ ਪ੍ਰਤੀਨਿਧ ਸੈਨਿਕ ਅਫਸਰਾਂ ਤੋਂ, ਯਾਨੀ ਕਿ ਮਿਲਟਰੀ ਆਫੀਸਰਸ ਆ ਗਏ ਇੱਥੇ। ਮਿਲਟਰੀ ਅਫਸਰਸ ਨੂੰ, ਤੁਹਾਨੂੰ ਮਿਲਟਰੀ ਅਫਸਰ ਦੀ ਤਾਂ ਅਪਾਇੰਟਮੈਂਟ ਹੁੰਦੀ ਹੈ, ਠੀਕ ਹੈ ਨਾ, ਅਪਾਇੰਟਮੈਂਟ ਹੁੰਦੀ ਹੈ। ਇਹਨਾਂ ਦਾ ਮਤਲਬ ਕੋਈ ਚੋਣ ਕਿਸ ਤਰੀਕੇ ਜਨਤਾ ਦੁਆਰਾ ਤਾਂ ਕੀਤੀ ਨਹੀਂ ਜਾ ਰਹੀ, ਔਰ ਇਹ MP ਬਣ ਕੇ ਜੇ ਚੀਨ ਦੀ ਸੰਸਦ ਦੇ ਵਿੱਚ ਪਹੁੰਚ ਰਹੇ ਨੇ, ਠੀਕ ਹੈ, ਤਾਂ ਇਹ ਜਨਤਾ ਦੇ ਨੁਮਾਇੰਦੇ ਤਾਂ ਹੈ ਹੀ ਨਹੀਂ, ਜਨਤਾ ਦੇ ਨੁਮਾਇੰਦੇ ਹੈ ਨਹੀਂ। ਲੇਕਿਨ ਜਿਹੜੀ ਜਨਤਾ ਦੇ ਨੁਮਾਇੰਦਿਆਂ ਲਈ ਜਿਹੜਾ ਸਦਨ ਬਣਿਆ ਉਹਦੇ ਵਿੱਚ ਜਾ ਕੇ ਜਨਤਾ ਦੇ ਲਈ ਨਿਰਣੇ ਲੈ ਰਹੇ ਨੇ, ਫੈਸਲੇ ਲੈ ਰਹੇ ਨੇ। ਸੋ ਇਸ ਨੂੰ ਜਨਤਾ ਦਾ ਸ਼ਾਸਨ ਜੋ ਨਹੀਂ ਕਿਹਾ ਜਾ ਸਕਦਾ। ਕਹਿੰਦਾ ਜਿਸ ਦੇਸ਼ ਵਿੱਚ ਇੱਕ ਹੀ ਦਲ ਦੀ ਸਰਕਾਰ ਬਣਦੀ ਰਹੇ, ਹੋਰ ਦਲਾਂ ਦੀ ਹੋਂਦ ਨਾ ਹੋਵੇ, ਅਜਿਹੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਅਸੀਂ ਲੋਕਤੰਤਰੀ ਸਰਕਾਰ ਜੋ ਹੈ ਉਹ ਨਹੀਂ ਕਹਿ ਸਕਦੇ। ਇਸ ਲਈ ਬਹੁਦਲੀ ਪ੍ਰਣਾਲੀ ਹੋਣੀ ਵੀ ਜ਼ਰੂਰੀ ਹੈ। ਹੁਣ ਤੁਸੀਂ ਸਮਝ ਪਾ ਰਹੇ ਹੋ ਨਾ, ਕਿਉਂਕਿ ਲੋਕਤੰਤਰ ਦਾ ਤੁਸੀਂ ਇੱਕ ਮਤਲਬ ਹੀ ਸਮਝ ਲਿਆ ਸੀਗਾ ਕਿ ਸਿਰਫ ਔਰ ਸਿਰਫ ਲੋਕਤੰਤਰ ਮਤਲਬ ਹੈ ਲੋਕਾਂ ਦੀ ਸ਼ਾਸਨ 'ਚ ਭਾਗੀਦਾਰੀ ਹੋਊਗੀ। ਸ਼ਾਸਨ 'ਚ ਭਾਗੀਦਾਰੀ ਕਿਵੇਂ ਹੋਊਗੀ? ਨਿਯਮਿਤ ਚੋਣਾਂ ਹੋਣਗੀਆਂ। ਲੇਕਿਨ ਦੇਖੋ ਇੱਥੇ ਚੋਣਾਂ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਕਿੰਨੇ ਸਾਰੇ ਲੂਪ ਹੋਲ ਛੱਡੇ ਗਏ ਨੇ, ਜਿਹਦੇ ਕਰਕੇ ਇਹ ਅਸਲ ਲੋਕਤੰਤਰ ਜੋ ਹੈ ਨਹੀਂ ਬਣ ਪਾ ਰਿਹਾ। ਸੋ ਇੱਥੇ ਸਾਨੂੰ ਇਹਨਾਂ ਚੀਜ਼ਾਂ 'ਤੇ ਵੀ ਧਿਆਨ ਦੇਣਾ ਪਊਗਾ ਜੇ ਅਸੀਂ ਟਰੂ ਡੈਮੋਕ੍ਰੇਸੀ ਦਾ ਅਸਲੀ ਅਰਥ ਜੋ ਹੈ ਉਹ ਕੱਢ ਕੇ ਸਾਹਮਣੇ ਲਿਆਉਣਾ ਚਾਹੁੰਦੇ ਹਾਂ। ਡੈਮੋਕ੍ਰੇਸੀ ਜਿਹੜੀ ਹੈ ਉਹ ਫਿਊਡੋ ਨਹੀਂ ਹੈ, ਉਹ ਟਰੂ ਹੈ। ਸੋ ਇਹ ਸਮਝਣ ਲਈ ਸਾਨੂੰ ਇਹ ਸਾਰੇ ਪੁਆਇੰਟ ਵੀ ਸਮਝਣੇ ਪੈਣਗੇ। ਤਾਂ ਹਾਲ ਤੱਕ ਮੈਂ ਸਮਝਿਆ ਕਿ ਜਨਤਾ, ਪਹਿਲਾ ਪੁਆਇੰਟ ਤੋਂ ਮੈਂ ਸਮਝਿਆ ਸੀਗਾ ਪਹਿਲੀ ਉਦਾਹਰਨ ਤੋਂ ਕਿ ਜਿਹੜੀ ਪਾਵਰ ਹੈ, ਜੋ ਡਿਸੀਜ਼ਨ ਲੈਣ ਦੀ ਪਾਵਰ ਹੈ ਉਹ ਆਮ ਜਨਤਾ ਕੋਲ ਹੋਣੀ ਚਾਹੀਦੀ। ਦੂਜੇ ਪੁਆਇੰਟ ਤੋਂ ਮੈਂ ਸਮਝਿਆ ਕਿ ਬਹੁਦਲੀ ਪ੍ਰਣਾਲੀਆਂ ਦੀ ਜਿਹੜੀ ਆ ਉਹ ਹੋਂਦ ਹੋਣੀ ਚਾਹੀਦੀ ਹੈ। ਹੁਣ ਤੀਜਾ ਪੁਆਇੰਟ ਸਮਝਿਆ, ਕਹਿੰਦਾ ਫਿਜੀ ਦੇਸ਼ ਹੈ। ਫਿਜੀ ਜੋ ਹੈ ਉਹ ਪੈਸੀਫਿਕ ਓਸ਼ਨ ਦੇ ਵਿੱਚ ਪਾਇਆ ਜਾਂਦਾ ਹੈ ਇਹ ਦੇਸ਼, ਠੀਕ ਹੈ ਜੀ। ਪੈਸੀਫਿਕ ਓਸ਼ਨ, ਪ੍ਰਸ਼ਾਂਤ ਮਹਾਸਾਗਰ, ਅਮਰੀਕਾ ਦੇ ਖੱਬੇ ਪਾਸੇ ਚੱਲ ਜਿਓ ਤੇ ਔਰ ਫਿਲੀਪੀਨਸ ਦੇ ਸੱਜੇ ਪਾਸੇ ਚੱਲ ਜਿਓ, ਅਮਰੀਕਾ ਦੇ ਖੱਬੇ ਪਾਸੇ ਚੱਲ ਜਿਓ, ਨਕਸ਼ੇ ਤੇ ਦਿਖ ਜਾਊਗਾ। ਫਿਜੀ ਵਿੱਚ ਕਹਿੰਦਾ ਜਿਹੜੇ ਮੂਲ ਫਿਜੀਅਨ ਲੋਕ ਨੇ, ਯਾਨੀ ਕਿ ਜਿਹੜੇ ਇੰਡੀਜੀਨੀਅਸ ਲੋਕ ਨੇ। ਇੰਡੀਜੀਨੀਅਸ ਕਿਹਨੂੰ ਕਿਹਾ ਜਾਂਦਾ? ਜਿਵੇਂ ਕਿ ਭਾਰਤ ਦੇ ਵਿੱਚ ਜੋ ਇੰਡੀਜੀਨੀਅਸ ਨੇ ਉਹ ਮੰਨਿਆ ਜਾਂਦਾ ਹੈ ਦ੍ਰਵਿਡੀਅਨ ਲੋਕਾਂ ਨੂੰ। ਦ੍ਰਵਿਡੀਅਨ ਜਿਹੜੇ ਕਿ ਸਾਊਥ ਦੇ ਵਿੱਚ ਲੋਕ ਰਹਿ ਰਹੇ ਨੇ, ਜੋ ਕਿ ਪੈਨਿਨਸੂਲਰ ਇੰਡੀਆ ਦੇ ਵਿੱਚ, ਪ੍ਰਾਇਦੀਪੀ ਭਾਰਤ ਦੇ ਵਿੱਚ ਰਹਿੰਦੇ ਨੇ, ਯਾਨੀ ਕਿ ਜਿਹੜੀਆਂ ਸਾਊਥਰਨ ਸਟੇਟਸ ਨੇ ਉਹਨਾਂ ਨੂੰ ਅਸਲ ਜਿਹੜਾ ਹੈ ਮੂਲ ਜਿਹੜਾ ਹੈ ਇੱਥੇ ਦਾ ਮੰਨਿਆ ਜਾਂਦਾ, ਇੰਡੀਜੀਨੀਅਸ ਪੀਪਲ ਮੰਨਿਆ ਜਾਂਦਾ ਹੈ ਭਾਰਤ ਦੇ। ਔਰ ਜਿਹੜੇ ਨਾਰਥ ਇੰਡੀਆ ਦੇ, ਮਤਲਬ ਆਰੀਅਨ ਥਿਊਰੀ ਜਿਹਨੂੰ ਜੇ ਅਸੀਂ ਸਹੀ ਮੰਨੀਏ ਤਾਂ ਆਰੀਅਨ ਥਿਊਰੀ ਇਹ ਕਹਿੰਦੀ ਹੈ ਕਿ ਅਸੀਂ ਜਿਹੜੇ ਨਾਰਥ ਇੰਡੀਆ ਵਾਲੇ ਲੋਕ ਆ ਉਹ ਅਸੀਂ ਸੈਂਟਰਲ ਏਸ਼ੀਆ ਤੋਂ ਜਾਂ ਯੂਰਪ ਤੋਂ ਕਿਤੋਂ ਜਿਹੜੇ ਹੈ ਚੱਲ ਕੇ ਇਸ ਦੇਸ਼ ਦੇ ਵਿੱਚ ਆਏ ਹਾਂ, ਔਰ ਅਸੀਂ ਆ ਕੇ ਇਹਨਾਂ ਲੋਕਾਂ ਨੂੰ, ਜਿਹੜੇ ਸਾਊਥ ਇੰਡੀਆ ਵਾਲੇ ਲੋਕ ਸੀਗੇ ਉਹ ਪਹਿਲਾਂ ਨਾਰਥ 'ਚ ਰਹਿੰਦੇ ਸੀ, ਉਹਨਾਂ ਨੂੰ ਨੀਚੇ ਵਾਲੇ ਪਾਸੇ ਯਾਨੀ ਕਿ ਪ੍ਰਾਇਦੀਪੀ ਭਾਰਤ ਵੱਲ ਨੂੰ ਧੱਕ ਦਿੱਤਾ ਹੈ, ਠੀਕ ਹੈ। ਸੋ ਉੱਥੇ ਵੀ ਇਦਾਂ ਦਾ ਕੁਝ ਵਹਿਮ ਬਣਿਆ ਹੋਇਆ ਹੈ ਮੂਲ। ਜਾਂ ਫਿਰ ਇੱਕ ਐਗਜ਼ਾਮਪਲ ਇਹ ਵੀ ਲੈ ਸਕਦੇ ਹੋ ਕਿ ਜਿਹੜੇ ਕੈਨੇਡਾ ਦੇ ਬੌਰਨ ਐਂਡ ਬ੍ਰੌਟ ਅਪ ਜਿਹੜੇ ਅੰਗਰੇਜ਼ ਹੋਣਗੇ, ਠੀਕ ਹੈ, ਉਹ ਤਾਂ ਉੱਥੇ ਦੇ ਇੰਡੀਜੀਨੀਅਸ ਲੋਕ ਨੇ, ਠੀਕ ਹੈ। ਮਤਲਬ ਬੜਾ ਬੇਕਾਰ ਜਿਹਾ ਐਗਜ਼ਾਮਪਲ ਹੈ ਪਰ ਫਿਰ ਵੀ ਮੰਨ ਲਓ। ਤੇ ਅਸੀਂ ਜਿਹੜੇ ਹੈਗੇ ਹਾਂ, ਅਸੀਂ ਉੱਥੇ ਦੇ ਮੂਲ ਨਹੀਂ, ਅਸੀਂ ਉੱਥੇ ਜਾ ਕੇ ਚਾਹੇ PR ਲੈ ਲਈਏ, ਚਾਹੇ ਉੱਥੇ ਦੇ ਸਿਟੀਜ਼ਨਸ਼ਿਪ ਹੋ ਜਾਵੇ, ਲੇਕਿਨ ਅਸੀਂ ਉੱਥੇ ਦੇ ਮੂਲ ਲੋਕ ਨਹੀਂ ਕਹਾਵਾਂਗੇ। ਸੋ ਇੱਦਾਂ ਹੀ ਫਿਜੀਅਨ ਦੇ ਵਿੱਚ ਵੀ ਉੱਥੇ ਉਹਨਾਂ ਨੇ ਡਿਸਟਿੰਕਸ਼ਨ ਕੀਤਾ ਹੈ, ਫਿਜੀ ਦੇ ਵਿੱਚ ਵੀ। ਤਾਂ ਕਹਿੰਦੇ ਜਿਹੜੇ ਮੂਲ ਫਿਜੀਅਨ ਲੋਕ ਨੇ ਨਾ, ਉਹਨਾਂ ਦੀ ਵੋਟ ਦੀ ਕੀਮਤ ਭਾਰਤੀ ਫਿਜੀਅਨ ਲੋਕ, ਇਹ ਨਾ ਮਾਈਗ੍ਰੈਂਟ ਸੀਗੇ, ਮਜ਼ਦੂਰੀ ਕਰਨ ਲਈ ਫਿਜੀ ਦੇਸ਼ ਦੇ ਵਿੱਚ ਗਏ ਸੀਗੇ, ਭਾਰਤੀ ਫਿਜੀਅਨ ਲੋਕਾਂ ਦੀ ਵੋਟ ਤੋਂ ਜ਼ਿਆਦਾ ਮੰਨੀ ਜਾਂਦੀ ਹੈ। ਸੋ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ ਲੋਕਤੰਤਰ ਦਾ ਮਤਲਬ ਕੀ ਹੁੰਦਾ ਹੈ, ਸਮਾਨਤਾ ਹੋਣੀ ਜ਼ਰੂਰੀ ਹੈ। ਲੇਕਿਨ ਇੱਥੇ ਤਾਂ ਤੁਸੀਂ ਜਿਹੜੀ ਰਾਜਨੀਤਿਕ ਸਮਾਨਤਾ ਦਾ ਸਿਧਾਂਤ ਆ ਉਹ ਤੋੜ ਦਿੱਤਾ, ਕਿਉਂਕਿ ਰਾਜਨੀਤਿਕ ਸਮਾਨਤਾ ਇਹ ਕਹਿੰਦੀ ਹੈ ਪਹਿਲੀ ਗੱਲ ਤਾਂ ਕਿ ਹਰ ਇੱਕ ਬਾਲਗ ਨੂੰ, ਹਰ ਇੱਕ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਦਿਓ। ਉਹਨਾਂ ਨੇ ਦੇ ਦਿੱਤਾ ਹਰ ਇੱਕ ਬਾਲਗ ਨੂੰ, ਯਾਨੀ ਕਿ 18+ ਜਿਹੜਾ ਵੀ ਹੋਊਗਾ ਉਹਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ। ਉੱਥੇ ਜੋ ਵੀ ਉਮਰ ਹੋਊਗੀ, ਸਾਡੇ ਦੇਸ਼ ਦਾ 18+ ਹੈ, ਠੀਕ ਹੈ। ਹਰ ਵਿਅਕਤੀ ਨੂੰ, ਹਰ ਇੱਕ ਬਾਲਗ ਨੂੰ, 1 ਪਰਸਨ ਨੂੰ 1 ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਜੀ। ਇਹਦੇ ਨਾਲ ਰਾਜਨੀਤਿਕ ਸਮਾਨਤਾ ਅਸੀਂ ਲਿਆਂਦੀ ਨਹੀਂ। ਹਾਲੇ ਇੱਕ ਚੀਜ਼ ਹੋਰ ਹੈ ਕਿ ਇਹ ਹੋਵੇ ਕਿ ਮੇਰੇ ਵੱਲੋਂ ਜਿਹੜੀ ਵੋਟ ਪਾਈ ਗਈ ਹੈ ਉਹਨੂੰ 1 ਵੋਟ ਗਿਣਿਆ ਜਾਊਗਾ, ਔਰ ਰਾਸ਼ਟਰਪਤੀ ਵੱਲੋਂ ਜੇ 1 ਵੋਟ ਪਾਈ ਗਈ ਹੈ ਉਹਨੂੰ 5 ਵੋਟਾਂ ਗਿਣਿਆ ਜਾਊਗਾ। ਤਾਂ ਕਿ ਇਹ ਸਮਾਨਤਾ ਹੈ? ਨਹੀਂ, ਇਹਨੂੰ ਸਮਾਨਤਾ ਨਹੀਂ ਮੰਨੋਗੇ। ਤਾਂ ਰਾਜਨੀਤਿਕ ਸਮਾਨਤਾ ਦਾ ਮਤਲਬ ਹੈ ਕਿ ਹਰ ਇੱਕ ਵਿਅਕਤੀ ਨੂੰ 1 ਵੋਟ ਪਾਉਣ ਦਾ ਅਧਿਕਾਰ ਦਿਓ, ਔਰ ਹਰ ਇੱਕ ਵੋਟ ਦੀ ਜਿਹੜੀ ਕੀਮਤ ਹੈਗੀ ਹੈ, ਜਿਹੜਾ ਮੁੱਲ ਹੈਗਾ, ਜਿਹੜੀ ਵੈਲਿਊ ਹੈ ਉਹ ਬਰਾਬਰ ਹੋਣੀ ਚਾਹੀਦੀ ਹੈ। ਜਦਕਿ ਫਿਜੀ ਦੇ ਵਿੱਚ ਇਦਾਂ ਨਹੀਂ ਹੋ ਰਿਹਾ। ਜਿਹੜੇ ਮੂਲ ਫਿਜੀਅਨ ਲੋਕ ਨੇ ਉਹਨਾਂ ਦੀ ਵੋਟ ਦੀ ਕੀਮਤ ਜਿਹੜੀ ਹੈ ਭਾਰਤੀ ਫਿਜੀਅਨ ਲੋਕਾਂ ਜਿਹੜੇ ਹੈ ਉਹਨਾਂ ਦੀ ਕੀਮਤ, ਵੋਟ ਦੀ ਕੀਮਤ ਤੋਂ ਜ਼ਿਆਦਾ ਹੈ। ਸੋ ਕੀ ਤੁਸੀਂ ਇਹਨੂੰ ਟਰੂ ਡੈਮੋਕ੍ਰੇਸੀ ਮੰਨ ਸਕਦੇ ਹੋ? ਨਹੀਂ, ਕਿਉਂਕਿ ਇਹਨੂੰ ਟਰੂ ਡੈਮੋਕ੍ਰੇਸੀ ਇਸ ਲਈ ਨਹੀਂ ਮੰਨ ਸਕਦੇ ਜਿਹੜੀ ਹੁਣ ਅਸੀਂ ਕਹਿੰਦੇ ਜਨਤਾ ਦੀ ਜਿਹੜੀ ਸ਼ਾਸਨ ਦੇ ਵਿੱਚ ਭਾਗੀਦਾਰੀ ਹੋਣੀ ਚਾਹੀਦੀ ਹੈ, ਜਿਹੜੇ ਜਨਤਾ ਦੇ ਨੁਮਾਇੰਦੇ ਚੁਣੇ ਗਏ ਨੇ। ਹੁਣ ਜਿਨ੍ਹਾਂ ਦੇ ਕੋਲ ਵੋਟ, ਜਿਨ੍ਹਾਂ ਦੀ ਵੋਟ ਦੀ ਵੈਲਿਊ ਜ਼ਿਆਦਾ ਸੀਗੀ, ਠੀਕ ਹੈ, ਜਿਨ੍ਹਾਂ ਦੀ ਵੋਟ ਦੀ ਵੈਲਿਊ 5 ਸੀਗੀ, ਡੈਫੀਨੇਟਲੀ ਉਹਨਾਂ ਵੱਲੋਂ ਹੀ ਆਪਣੇ ਜਿਹੜੇ ਨੁਮਾਇੰਦੇ ਹੈ ਉਹਨਾਂ ਨੂੰ ਚੁਣ ਕੇ ਜਿਹੜਾ ਹੈ ਸਰਕਾਰ ਬਣਾਉਣ ਲਈ ਭੇਜਿਆ ਜਾਏਗਾ, ਸੰਸਦ ਦੇ ਵਿੱਚ, ਵਿਧਾਨ ਪਾਲਿਕਾ ਦੇ ਵਿੱਚ ਭੇਜਿਆ ਜਾਏਗਾ। ਹੁਣ ਉਹ ਜਿਨ੍ਹਾਂ ਦੀ ਵੋਟ ਦੀ ਕੀਮਤ 1 ਹੈ, ਕਿ ਉਹਨਾਂ ਦੀ ਕੋਈ ਗੱਲ ਮੰਨਣਗੇ? ਨਹੀਂ, ਉਹਨਾਂ ਦੀ ਭਲਾਈ ਲਈ ਕੁਝ ਨਹੀਂ ਕਰਨਗੇ, ਉਹ ਸਾਰਾ ਕੰਮ ਕਰਨਗੇ ਇਹਨਾਂ ਲਈ। ਸੋ ਇੱਥੇ ਤਾਂ ਜਿਹੜੀ ਮਾਈਨੋਰਟੀਜ਼ ਹੋ ਗਈਆਂ ਉਹਨਾਂ ਦੀ ਅਧਿਕਾਰਾਂ ਦੀ ਉਲੰਘਣਾ ਹੋ ਗਈ। ਤੇ ਜਿਹੜਾ ਲੋਕਤੰਤਰ ਦਾ ਮੁੱਢਲਾ ਸਿਧਾਂਤ ਆ ਉਹ ਤਾਂ ਇਹ ਕਹਿੰਦਾ ਕਿ ਸਮਾਨਤਾ ਹੋਣੀ ਚਾਹੀਦੀ ਹੈ, ਔਰ ਚਾਹੇ ਬਹੁਮਤ ਦਾ ਸ਼ਾਸਨ ਹੁੰਦਾ ਵੈ, ਲੇਕਿਨ
ਫਿਰ ਵੀ ਜਿਹੜੇ ਤੁਹਾਡੇ ਮਾਈਨੋਰਟੀਜ਼ ਨੇ, ਜਿਹੜੇ ਤੁਹਾਡੇ ਅਲਪਸੰਖਿਅਕ ਨੇ, ਜਿਹੜੇ ਤੁਹਾਡੇ ਘੱਟ ਗਿਣਤੀ ਨੇ, ਉਹਨਾਂ ਦੇ ਅਧਿਕਾਰਾਂ ਦਾ ਵੀ ਤੁਸੀਂ ਧਿਆਨ ਰੱਖਣਾ ਹੈ। ਕਹਿੰਦਾ ਇਸ ਕਰਕੇ ਅਸੀਂ ਫਿਜੀ ਦੇਸ਼ ਨੂੰ ਵੀ ਜਿਹੜਾ ਲੋਕਤੰਤਰੀ ਨਹੀਂ ਕਹਿ ਸਕਦੇ। ਹੁਣ ਕਹਿੰਦਾ ਜੀ ਮੈਕਸੀਕੋ ਦਾ ਐਗਜ਼ਾਮਪਲ ਲੈਂਦੇ ਆ। ਸੋ ਹਾਲੇ ਤੱਕ 3 ਕਨਸੈਪਟ ਹੋ ਚੁੱਕੇ ਹੈ। ਪਹਿਲਾ ਕਨਸੈਪਟ ਕੀ ਸੀਗਾ ਕਿ ਜਿਹੜੀ ਪਾਵਰ ਹੈ ਡਿਸੀਜਨ ਲੈਣ ਦੀ ਉਹ ਕਿਹਦੇ ਕੋਲ ਹੋਣੀ ਚਾਹੀਦੀ ਹੈ, ਉਹ ਆਮ ਜਨਤਾ ਕੋਲ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਦੂਜਾ ਐਗਜ਼ਾਮਪਲ ਕੀ ਸੀਗਾ ਕਿ ਨਿਯਮਿਤ ਕਾਲੀਨ ਚੋਣਾਂ ਤਾਂ ਹੋਣੀਆਂ ਚਾਹੀਦੀਆਂ ਲੇਕਿਨ ਬਹੁਦਲੀ ਪ੍ਰਣਾਲੀ ਹੋਵੇ। ਤੀਜੀ ਹੁਣ ਕੀ ਪੜ੍ਹ ਲਿਆ ਸੀ, ਇਹ ਪੜ੍ਹ ਲਿਆ ਕਿ ਇੱਕ ਬਾਲਗ ਇੱਕ ਵੋਟ ਇੱਕ ਕੀਮਤ ਹੋਣੀ ਚਾਹੀਦੀ ਹੈ। ਹੁਣ ਕਹਿੰਦਾ ਜੀ ਮੈਕਸੀਕੋ ਦੇਸ਼ ਤੇ ਚੱਲਦੇ ਆ। ਮੈਕਸੀਕੋ ਸਾਊਥ ਅਮਰੀਕਾ ਜਿਹੜਾ ਕੰਟੀਨੈਂਟ ਹੈ ਉਹਦੇ ਵਿੱਚ ਇੱਕ ਦੇਸ਼ ਹੈ, ਸੌਰੀ ਨਾਰਥ ਅਮਰੀਕਾ ਕੰਟੀਨੈਂਟ ਹੈ। ਅਮਰੀਕਾ USA ਤੋਂ ਜਸਟ ਨੀਚੇ ਮੈਕਸੀਕੋ ਵਾਲੀ ਕੰਧ ਫਿਲਮ ਵੀ ਆਈ ਆ ਜਾ ਮੈਕਸੀਕੋ ਚਲੀਏ, ਠੀਕ ਹੈ। ਸੋ ਮੈਕਸੀਕੋ 1930 'ਚ ਆਜ਼ਾਦ ਹੋਇਆ, ਠੀਕ ਹੈ ਜੀ। ਉਦੋਂ ਤੋਂ ਹਰ ਸਾਲ ਜਿਹੜਾ ਹੈ ਮੈਕਸੀਕੋ ਦੇ ਵਿੱਚ ਹਰ 6 ਸਾਲਾਂ ਬਾਅਦ ਜਿਹੜਾ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ। ਚੋਣਾਂ ਵੀ ਹੋ ਰਹੀਆਂ ਵਾ, ਠੀਕ ਹੈ ਜੀ, ਬਿਲਕੁਲ ਠੀਕ ਹੈ, ਚੋਣ ਵੀ ਹੋ ਰਹੀ ਹੈ। ਤਾਂ ਹੁਣ ਤੁਸੀਂ ਇਹਨੂੰ ਲੋਕਤੰਤਰ ਕਹਿ ਦੋਗੇ? ਨਹੀਂ। ਕਹਿੰਦਾ ਦੇਸ਼ ਦੀ ਸੱਤਾ ਵਿੱਚ ਕਦੇ ਵੀ ਸੈਨਾ ਜਾਂ ਤਾਨਾਸ਼ਾਹ ਦੇ ਹੱਥਾਂ ਵਿੱਚ ਵੀ ਨਹੀਂ ਰਹੀ। ਮਤਲਬ ਇਹ ਵੀ ਬਹੁਤ ਵਧੀਆ ਗੱਲ ਹੈ ਕਿ ਆਮ ਜਨਤਾ ਦੇ ਹੱਥਾਂ 'ਚ ਹੈ। ਲੇਕਿਨ ਇੱਥੇ ਵੀ ਪਰ ਪਾ ਦਿੱਤਾ। ਪਰ ਕੀ ਹੈ? ਕਹਿੰਦਾ ਸੰਨ 2000 ਤੱਕ ਹਰ ਇੱਕ ਚੋਣ PRI ਪਾਰਟੀ ਦੁਆਰਾ ਜਿੱਤੀ ਗਈ। 2000 ਤੱਕ ਕੀ ਹੋ ਰਿਹਾ ਸੀਗਾ? ਇਦਾਂ ਹੋ ਰਿਹਾ ਸੀ ਕਿ ਹਰ ਇੱਕ ਜਿਹੜੀ ਚੋਣ ਹੈਗੀ ਆ ਉਹ PRI ਪਾਰਟੀ ਤੋਂ 1930 ਤੋਂ ਲੈ ਕੇ 70 ਸਾਲ ਹੋ ਗਏ, 70 ਸਾਲਾਂ 'ਚ ਇੱਕੋ ਹੀ ਪਾਰਟੀ ਜਿੱਤੀ ਜਾਂਦੀ ਹੈ। ਤਾਂ ਕਹਿੰਦਾ ਇਹਦਾ ਮਤਲਬ ਇਹ ਹੋਏਗਾ ਕਿ ਇੱਕੋ ਹੀ ਪਾਰਟੀ, ਜਿਵੇਂ ਚਾਈਨਾ 'ਚ ਕੀ ਹੁੰਦਾ, ਇੱਕੋ ਪਾਰਟੀ ਨੂੰ ਅਧਿਕਾਰ ਦਿੱਤਾ ਗਿਆ ਚੋਣ ਲੜਨ ਦਾ, ਉਹਨਾਂ ਵੱਲੋਂ ਆਪਣੇ ਨੁਮਾਇੰਦੇ ਜਿਹੜੇ ਆਪਣੇ ਉਮੀਦਵਾਰ ਜਿਹੜੇ ਨਾਮਿਤ ਕੀਤੇ ਜਾਂਦੇ ਉਹ ਲੋਕਾਂ ਨੂੰ ਆਪਸ਼ਨ ਹੀ ਨਹੀਂ ਹੈਗੀ। ਸੋ ਇਦਾਂ ਹੋਏਗਾ? ਕਹਿੰਦਾ ਨਹੀਂ, ਇਦਾਂ ਵੀ ਨਹੀਂ ਹੈ। ਯਾਨੀ ਕਿ ਪਾਕਿਸਤਾਨ ਵਾਲਾ ਸੀਨ ਵੀ ਇੱਥੇ ਕੈਂਸਲ ਕਰ ਦਿੱਤਾ, ਇੱਕ ਪਾਰਟੀ ਵਾਲਾ ਚਾਈਨਾ ਵਾਲਾ ਕੇਸ ਵੀ ਇੱਥੇ ਕੈਂਸਲ ਕਰ ਦਿੱਤਾ। ਓਕੇ, ਠੀਕ ਹੈ ਜੀ। ਕਹਿੰਦਾ ਹੋਰ ਪਾਰਟੀਆਂ ਨੂੰ ਚੋਣ ਲੜਨ ਦੀ ਵੀ ਖੋਲ੍ਹ ਹੈ। ਬਿਲਕੁਲ, ਇਹ ਵੀ ਠੀਕ ਹੈ। ਫਿਰ ਹੁਣ ਰਹਿ ਕੀ ਗਿਆ ਹੋਰ? ਕਹਿੰਦਾ ਜਿਹੜੀ ਹਾਕਮ ਪਾਰਟੀ ਹੈ ਨਾ, ਠੀਕ ਹੈ, ਉਹਨਾਂ ਵੱਲੋਂ ਚੋਣਾਂ ਵਿੱਚ ਅਣਉਚਿਤ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਮਤਲਬ ਇਹ ਚੋਣਾਂ ਜਿਹੜੀਆਂ ਸੁਤੰਤਰ ਨਹੀਂ ਹੋ ਰਹੀਆਂ, ਇਹ ਨਿਰਪੱਖ ਨਹੀਂ ਹੋ ਰਹੀਆਂ, ਇਹਨਾਂ ਦੇ ਵਿੱਚ ਜਿਹੜਾ ਹੈ ਗਲਤ ਮੀਨਸ ਦੀ ਵਰਤੋਂ ਕੀਤੀ ਜਾਂਦੀ ਹੈ। ਕਿਹੜੇ ਗਲਤ ਮੀਨਸ ਨੇ? ਕਿਹੜੇ ਗਲਤ ਮੀਨਸ ਦੀ ਵਰਤੋਂ ਕੀਤੀ ਜਾਂਦੀ ਹੈ? ਕਹਿੰਦਾ ਜਿਹੜੇ ਸਰਕਾਰੀ ਕਰਮਚਾਰੀ ਨੇ ਤੇ ਅਧਿਕਾਰੀ ਨੇ ਉਹਨਾਂ ਨੂੰ ਨਾ ਪਾਰਟੀ ਦੇ ਮੈਂਬਰ ਬਣਾ ਕੇ ਪਾਰਟੀ ਦੀ ਮੀਟਿੰਗ ਅਟੈਂਡ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਨਹੀਂ ਤਾਂ ਕਹਿੰਦੇ ਤੁਹਾਨੂੰ ਨੌਕਰੀ ਤੋਂ ਕੱਢ ਦਾਂਗੇ ਜੇ ਤੁਸੀਂ ਪਾਰਟੀ ਦੀ ਮੀਟਿੰਗ ਨੂੰ ਜਿਹੜਾ ਹੈ ਅਟੈਂਡ ਨਹੀਂ ਕਰੋਗੇ। ਜੇ ਪਾਰਟੀ ਦੀ ਮੀਟਿੰਗ ਅਟੈਂਡ ਕਰ ਲਈ ਮਤਲਬ ਪਾਰਟੀ ਦੇ ਵਰਕਰ ਹੋਗੇ, ਤਾਂ ਪਾਰਟੀ ਦੇ ਵਰਕਰ ਹੋਗੇ ਦੈਟ ਮੀਨਸ ਤੁਸੀਂ ਪਾਰਟੀ ਲਈ ਕੰਮ ਕਰੋਗੇ, ਪਾਰਟੀ ਨੂੰ ਚੋਣਾਂ ਜਿਤਾਓਗੇ। ਸੋ ਇੱਥੇ ਦੂਜੀ ਪਾਰਟੀਆਂ ਨੂੰ ਚੋਣ ਲੜਨ ਦਾ ਮੌਕਾ ਤਾਂ ਦੇ ਰਹੇ ਹੋ, ਲੇਕਿਨ ਜਿਹੜੀ ਸਰਕਾਰੀ ਮਸ਼ੀਨਰੀ ਆ ਉਹਦਾ ਦੁਰਉਪਯੋਗ ਕਰ ਰਹੇ ਹੋ, ਗਲਤ ਉਪਯੋਗ ਕਰ ਰਹੇ ਹੋ। ਤੁਸੀਂ ਇਹਨਾਂ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਵਰਤੋਂ ਜਿਹੜੀ ਹੈਗੀ ਹੈ ਉਹ ਦੂਜੀ ਪਾਰਟੀ ਦੇ ਜਿਹੜੇ ਵਰਕਰਸ ਨੇ ਉਹਨਾਂ ਦਾ ਦਮਨ ਕਰਨ ਲਈ, ਉਹਨਾਂ ਤੇ ਝੂਠੇ ਪਰਚੇ ਪਾਉਣ ਲਈ, ਠੀਕ ਹੈ ਜੀ, ਉਹਨਾਂ ਤੇ ਅਤਿਆਚਾਰ ਕਰਨ ਲਈ, ਉਹਨਾਂ ਦਾ ਆਪਰੇਸ਼ਨ ਕਰਨ ਲਈ, ਉਹਨਾਂ ਦਾ ਸ਼ੋਸ਼ਣ ਕਰਨ ਲਈ ਜਿਹੜਾ ਹੈ ਉਹਨਾਂ ਸਰਕਾਰੀ ਮਸ਼ੀਨਰੀ ਦੀ, ਸਰਕਾਰੀ ਕਰਮਚਾਰੀਆਂ ਦੀ ਵਰਤੋਂ ਕਰ ਰਹੇ ਹੋ। ਕਹਿੰਦਾ ਸਰਕਾਰੀ ਅਧਿਆਪਕਾਂ ਨੂੰ ਕੀ ਕਿਹਾ ਜਾਂਦਾ? ਸਰਕਾਰੀ ਅਧਿਆਪਕਾਂ ਨੂੰ ਕਿਹਾ ਜਾਂਦਾ ਕਿ ਬੱਚਿਆਂ ਦੇ ਮਾਪਿਆਂ ਨੂੰ ਇਹ ਕਹੋ ਕਿ ਤੁਸੀਂ PRI ਪਾਰਟੀ ਦੇ ਹੱਕ 'ਚ ਵੋਟ ਪਾਉਣੀ ਹੈ, ਠੀਕ ਹੈ ਜੀ, ਜੇ ਨਹੀਂ ਪਾਓਗੇ ਤਾਂ ਤੁਹਾਡੇ ਨਿਆਣਿਆਂ ਨੂੰ ਨਹੀਂ ਪੜ੍ਹਾਵਾਂਗੇ। ਚੋਣਾਂ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ, ਅੰਤਿਮ ਮਿੰਟਾਂ ਦੇ ਵਿੱਚ ਜਿਹੜੇ ਪੋਲਿੰਗ ਬੂਥ ਨੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਂਦਾ, ਜਿੱਥੇ ਇਹਨਾਂ ਨੂੰ ਲੱਗ ਰਿਹਾ ਹੁੰਦਾ ਨਾ ਕਿ ਇੱਕ ਪੋਲਿੰਗ ਬੂਥ ਐਸਾ ਹੈ ਕਿ ਜਿੱਥੇ ਸਾਡੇ ਅਗੇਂਸਟ ਵੋਟਾਂ ਪੈ ਸਕਦੀਆਂ ਨੇ, ਠੀਕ ਹੈ, ਤਾਂ ਉਹਨੂੰ ਜਾਣ-ਬੂਝ ਕੇ ਐਨ ਮੌਕੇ ਤੇ ਟਾਈਮ ਟੂ ਟਾਈਮ ਜਿਹੜਾ ਹੈ ਉਹ ਸ਼ਿਫਟ ਕਰਕੇ ਦੂਜੀ ਜਗ੍ਹਾ ਤੇ ਲੈ ਜਾਂਦੇ ਨੇ, ਜਿੱਥੇ ਇਹਨਾਂ ਦਾ ਆਪਣਾ ਦਬਦਬਾ ਹੁੰਦਾ ਉਸ ਜਗ੍ਹਾ ਤੇ ਜਿਹੜਾ ਸ਼ਿਫਟ ਕਰਵਾ ਦਿੱਤਾ ਔਰ ਐਨ ਮੌਕੇ ਤੇ, ਜਿਹਦੇ ਨਾਲ ਲੋਕ ਭੰਬਲ ਭੂਸੇ 'ਚ ਪੈ ਜਾਂਦੇ ਤੇ ਆਪਣੇ ਜਿਹੜਾ ਮਤ ਅਧਿਕਾਰ ਦਾ ਜਿਹੜੀ ਵਰਤੋਂ ਹੈ ਉਹ ਨਹੀਂ ਕਰ ਪਾਉਂਦੇ। ਤਾਂ ਕੀ ਕਹਿੰਦਾ ਵਿਰੋਧੀ ਸੁਰ ਰੱਖਣ ਵਾਲੇ ਜਿਹੜੇ ਵੋਟਰ ਨੇ ਆਪਣੇ ਮਤ ਦੀ ਵਰਤੋਂ ਕਰਨ ਵਿੱਚ ਅਸਫਲ ਰਹਿਣ। ਕਹਿੰਦਾ ਉੱਪਰ ਦਿੱਤੀਆਂ ਉਦਾਹਰਨਾਂ ਤੋਂ ਸਪਸ਼ਟ ਹੁੰਦਾ ਹੈ ਕਿ ਲੋਕਤੰਤਰ ਵਿੱਚ ਕੇਵਲ ਚੋਣਾਂ ਹੋਣੀਆਂ ਜ਼ਰੂਰੀ ਨਹੀਂ ਹੈ। ਮੈਂ 4 ਪੁਆਇੰਟ ਦੱਸ ਚੁੱਕਿਆ ਹਾਂ। ਚੋਣਾਂ ਤੋਂ ਇਲਾਵਾ ਕੀ ਹੋਣਾ ਚਾਹੀਦਾ ਹੈ? ਚੋਣਾਂ ਜਿਹੜੀਆਂ ਸੁਤੰਤਰ ਤੇ ਨਿਰਪੱਖ ਹੋਣੀਆਂ ਚਾਹੀਦੀਆਂ ਵਾ, ਜਿਵੇਂ ਕਿ ਜਿਹੜੀ ਤੁਹਾਡੀ ਮੈਕਸੀਕੋ ਦੇ ਵਿੱਚ ਜੋ ਚੋਣਾਂ ਹੋ ਰਹੀਆਂ ਉਹ ਸੁਤੰਤਰ ਤੇ ਨਿਰਪੱਖ ਨਹੀਂ ਹੈ, ਲੇਕਿਨ ਤੁਸੀਂ ਜੇ ਅਸਲ ਲੋਕਤੰਤਰ ਕਹਾਉਣਾ ਹੈ ਤਾਂ ਤੁਹਾਡੀਆਂ ਜਿਹੜੀਆਂ ਚੋਣਾਂ ਨੇ ਉਹ ਨਿਰਪੱਖ ਹੋਣੀਆਂ ਚਾਹੀਦੀਆਂ ਨੇ, ਸੁਤੰਤਰ ਹੋਣੀਆਂ ਚਾਹੀਦੀਆਂ। ਸਰਕਾਰੀ ਮਸ਼ੀਨਰੀ ਦਾ ਜਿਹੜਾ ਹੈ ਉਹ ਗਲਤ ਵਰਤੋਂ ਨਹੀਂ ਹੋਣੀ ਚਾਹੀਦੀ, ਠੀਕ ਹੈ ਜੀ। ਕਹਿੰਦਾ ਕਿ ਜੇਕਰ ਕੋਈ ਸ਼ਾਸਕ ਦਲ ਦਮਨਕਾਰੀ ਨੀਤੀਆਂ ਨਾਲ ਜਾਂ ਅਣਉਚਿਤ ਸਾਧਨ ਨਾਲ ਚੋਣ ਜਿੱਤ ਜਾਂਦਾ ਹੈ ਤਾਂ ਅਸੀਂ ਇਸ ਨੂੰ ਸੱਚਾ ਲੋਕਤੰਤਰ, ਟਰੂ ਡੈਮੋਕ੍ਰੇਸੀ ਨਹੀਂ ਕਹਿ ਸਕਦੇ। ਉਪਰੋਕਤ ਉਦਾਹਰਨਾਂ ਤੋਂ ਅਸੀਂ ਲੋਕਤਾਂਤਰਿਕ ਤੇ ਅਲੋਕਤਾਂਤਰਿਕ ਸਰਕਾਰਾਂ ਵਿੱਚ ਅੰਤਰ ਜਾਣਨ ਦੇ ਯੋਗ ਹੋ ਗਏ ਹਾਂ। ਮੈਂ ਦੱਸਤਾ ਆਲਰੇਡੀ ਕੀ ਹੈ ਜੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਕੀ ਹੋਣਾ ਚਾਹੀਦਾ ਹੈ। ਕਹਿੰਦਾ ਨਿਯਮਿਤ ਕਾਲੀਨ ਚੋਣਾਂ ਹੋਣੀਆਂ ਚਾਹੀਦੀਆਂ, ਤਾਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ। ਸੁਤੰਤਰ ਤੇ ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ, ਮੈਕਸੀਕੋ ਵਾਲਾ ਐਗਜ਼ਾਮਪਲ ਹੋ ਗਿਆ। ਸ਼ਾਸਨ ਕਰਨ ਦੀ ਜਨਤਾ, ਪਾਕਿਸਤਾਨ ਵਾਲਾ ਐਗਜ਼ਾਮਪਲ। ਸ਼ਾਸਨ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਕਿਹਦੇ ਕੋਲ ਹੋਣੀ ਚਾਹੀਦੀ? ਜਨਤਾ ਦੇ ਚੁਣੇ ਹੋਏ ਪ੍ਰਤੀਨਿਧੀਆਂ ਕੋਲ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਲੋਕਤੰਤਰ ਪ੍ਰਣਾਲੀ ਵਿੱਚ ਵਿਰੋਧੀ ਦਲਾਂ ਦੀ ਯਾਨੀ ਕਿ ਤੁਹਾਡਾ ਬਹੁਦਲੀ ਪ੍ਰਣਾਲੀ ਸਿਸਟਮ ਹੋਣਾ ਚਾਹੀਦਾ ਹੈ। ਓਕੇ, ਬਹੁਦਲੀ ਪ੍ਰਣਾਲੀ ਹੋਣੀ ਚਾਹੀਦੀ ਹੈ। ਹਰ ਇੱਕ ਬਾਲਗ ਨੂੰ ਇੱਕ ਵੋਟ ਤੇ ਇੱਕ ਕੀਮਤ ਦਾ ਸਿਧਾਂਤ
ਲਾਗੂ ਹੋਣਾ ਚਾਹੀਦਾ ਹੈ। ਸੋ ਇਹ ਸਾਰਾ ਕੁਝ ਮੈਂ ਆਲਰੇਡੀ ਸਮਝਾ ਚੁੱਕਿਆ ਹਾਂ। ਹੁਣ ਬਸ ਲਾਸਟ ਕਨਸੈਪਟ ਹੈ, ਇਹ ਮੈਂ ਬਹੁਤ ਵਾਰ ਸਮਝਾ ਚੁੱਕਿਆ ਹਾਂ, ਫਿਰ ਵੀ ਕੋਈ ਚੱਕਰ ਨਹੀਂ, ਮੈਂ ਤੁਹਾਡੇ ਲਈ ਇੱਕ ਵਾਰ ਜਸਟ ਰਿਪੀਟ ਹੀ ਕਰਾਂਗਾ। ਕਹਿੰਦਾ ਪਾਠ ਦੇ ਅਖੀਰ ਵਿੱਚ ਅਸੀਂ ਲੋਕਤੰਤਰ ਦੀ ਕਿੰਨੀਆਂ ਕਿਸਮਾਂ ਆਉਂਦੀਆਂ ਉਹਦੀ ਚਰਚਾ ਕਰਦੇ ਹਾਂ। ਕਹਿੰਦਾ 2 ਕਿਸਮਾਂ ਆਉਂਦੀਆਂ, ਪ੍ਰਤੱਖ ਤੇ ਅਪ੍ਰਤੱਖ। ਤਾਂ ਮੈਂ ਤੁਹਾਨੂੰ ਬਹੁਤ ਵਾਰ ਦੱਸ ਚੁੱਕਿਆ ਹਾਂ ਕਿ ਜਿਹੜੇ ਛੋਟੇ ਦੇਸ਼ ਨੇ ਜਿਵੇਂ ਸਵਿਟਜ਼ਰਲੈਂਡ ਤੇ ਜਾਂ ਫਿਰ ਸਵੀਡਨ ਹੋ ਗਿਆ, ਨਾਰਵੇ ਵਰਗੀ ਕੰਟਰੀ ਹੋ ਗਈ, ਜਿਨ੍ਹਾਂ ਦੀ ਆਬਾਦੀ ਬਹੁਤ ਘੱਟ ਨੇ ਤੇ ਉੱਥੇ ਦਾ ਜਿਹੜਾ ਸਮਾਜ ਹੈ ਉਹ ਸਿਵਲਾਈਜ਼ਡ ਹੋ ਚੁੱਕਿਆ, ਪੜ੍ਹਿਆ ਲਿਖਿਆ ਸਮਾਜ ਹੈ, ਚੇਤਨ ਨਾਗਰਿਕ ਨੇ, ਅਵੇਅਰ ਨਾਗਰਿਕ ਨੇ, ਠੀਕ ਹੈ। ਤਾਂ ਉਹ ਆਪ ਖੁਦ ਆਪਣੇ ਨਿਰਣੇ ਜਿਹੜੇ ਹੈ ਲੈਂਦੇ ਨੇ ਤੇ ਸ਼ਾਸਨ ਦੇ ਵਿੱਚ ਆਪਣੀ ਭਾਗੀਦਾਰੀ ਜਿਹੜੀ ਹੈ ਉਹ ਦਿਖਾਉਂਦੇ ਨੇ। ਉਹਦਾ ਜਿਹੜਾ ਪ੍ਰਦਰਸ਼ਨ ਹੈ ਸ਼ਾਸਨ ਦੇ ਵਿੱਚ ਭਾਗੀਦਾਰੀ ਦਾ, ਉਹ ਆਪ ਉਹਨਾਂ ਵੱਲੋਂ ਲਏ ਗਏ ਨਿਰਣਿਆਂ ਤੋਂ ਹੁੰਦਾ ਹੈ। ਲੇਕਿਨ ਅਪ੍ਰਤੱਖ ਦੇ ਵਿੱਚ ਕੀ ਹੁੰਦਾ ਹੈ ਕਿ ਜਿਵੇਂ ਹੁਣ ਭਾਰਤ ਹੈ, ਉਹਦੀ 135 ਕਰੋੜ ਦੀ ਆਬਾਦੀ ਹੈ। 135 ਕਰੋੜ ਦੀ ਆਬਾਦੀ ਨੂੰ ਜੇ ਸਪੋਜ਼ ਕਰੋ ਕਿਸੇ ਡਿਸੀਜ਼ਨ ਲਈ ਇਕੱਠਾ ਕਰਨਾ ਹੋਵੇ ਇੱਕ ਜਗ੍ਹਾ ਤੇ ਤਾਂ ਬੜਾ ਮੁਸ਼ਕਿਲ ਹੈ। ਉਸ ਤੋਂ ਬਾਅਦ ਸਾਰੇ 135 ਕਰੋੜ ਲੋਕਾਂ ਦੀ ਜਿਹੜੀ ਰੁਚੀ ਹੈਗੀ ਉਹ ਰਾਜਨੀਤੀ 'ਚ ਹੋਵੇ, ਜਨਤਕ ਮਾਮਲਿਆਂ ਦੇ ਵਿੱਚ ਹੋਵੇ, ਇਹ ਵੀ ਜ਼ਰੂਰੀ ਨਹੀਂ ਹੈ। ਸੋ ਇੱਥੇ ਅਪ੍ਰਤੱਖ ਲੋਕਤੰਤਰ ਜੋ ਹੈ ਉਹ ਫਾਇਦੇਮੰਦ ਰਹਿ ਜਾਂਦਾ ਜਿੱਥੇ ਆਬਾਦੀ ਜ਼ਿਆਦਾ ਹੋਵੇ, ਲੋਕਾਂ ਦੀ ਜ਼ਿਆਦਾ ਰੁਚੀ ਨਾ ਹੋਵੇ, ਲੋਕ ਜ਼ਿਆਦਾ ਪੜ੍ਹੇ ਲਿਖੇ ਨਾ ਹੋਣ। ਉੱਥੇ ਜਿਹੜੇ ਨਿਰਣੇ ਆ ਉਹ ਚੁਣੇ ਹੋਏ ਜਿਹੜੇ ਯੋਗ ਤੇ ਸਮਝਦਾਰ ਪੜ੍ਹੇ ਲਿਖੇ ਨੁਮਾਇੰਦੇ ਨੇ ਉਹਨਾਂ ਵੱਲੋਂ ਲਏ ਜਾਣਗੇ। ਸੋ ਕਹਿੰਦਾ ਪਰ ਅੱਜ ਕੱਲ੍ਹ ਬਹੁਤੇ ਦੇਸ਼ਾਂ ਵਿੱਚ ਅਪ੍ਰਤੱਖ ਲੋਕਤੰਤਰ ਹੀ ਅਪਣਾਇਆ ਗਿਆ ਹੈ। ਅਪ੍ਰਤੱਖ ਲੋਕਤੰਤਰ ਨੂੰ ਪ੍ਰਤੀਨਿਧੀ ਲੋਕਤੰਤਰ ਵੀ ਕਿਹਾ ਜਾਂਦਾ ਹੈ, ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਵੀ ਕਹਿੰਦੇ ਆ, ਪ੍ਰਤੀਨਿਧੀ ਲੋਕਤੰਤਰ ਵੀ ਕਹਿੰਦੇ ਆ, ਕਿਉਂਕਿ ਪ੍ਰਤੀਨਿਧੀਆਂ ਰਾਹੀਂ ਜੋ ਹੈ ਉਹ ਸ਼ਾਸਨ ਕੀਤਾ ਜਾ ਰਿਹਾ ਹੈ। ਜਨਤਾ ਆਪ ਸਿੱਧੇ ਤੌਰ ਤੇ ਸ਼ਾਸਨ ਨਹੀਂ ਕਰ ਰਹੀ ਹੈ। ਇਸ ਲੋਕਤੰਤਰ ਵਿੱਚ ਜਨਤਾ ਪ੍ਰਤੱਖ ਚੋਣ ਢੰਗ ਰਾਹੀਂ ਆਪਣੇ ਪ੍ਰਤੀਨਿਧੀ ਚੁਣਦੀ ਹੈ। ਜਨਤਾ ਪ੍ਰਤੱਖ ਤੌਰ ਤੋਂ ਆਪ ਜਿਹੜੇ ਵੋਟਰ ਨੇ 18+ ਵੋਟਰਸ ਨੇ ਉਹ ਆਪ ਆਪਣੇ ਨੁਮਾਇੰਦਿਆਂ ਨੂੰ, ਆਪ ਆਪਣੇ MPs ਨੂੰ ਚੁਣ ਕੇ ਜਿਹੜਾ ਕੇਂਦਰੀ ਵਿਧਾਨ ਪਾਲਿਕਾ ਦੇ ਵਿੱਚ ਜਾਂ ਫਿਰ ਆਪਣੇ ਆਪ MLA ਨੂੰ ਚੁਣ ਕੇ ਜਿਹੜਾ ਹੈ ਸੂਬੇ ਦੀ ਵਿਧਾਨ ਪਾਲਿਕਾ ਦੇ ਵਿੱਚ ਭੇਜਦੇ ਨੇ। ਇਹ ਪ੍ਰਤੀਨਿਧੀ ਸ਼ਾਸਨ ਚਲਾਉਣ ਦਾ ਕੰਮ ਕਰਦੇ ਨੇ। ਪ੍ਰਤੱਖ ਲੋਕਤੰਤਰ ਵਿੱਚ ਜਨਤਾ ਖੁਦ ਪ੍ਰਸ਼ਾਸਨ ਦੇ ਕੰਮਾਂ ਵਿੱਚ ਭਾਗ ਲੈਂਦੀ ਹੈ, ਜਿਵੇਂ ਕਿ ਮੈਂ ਤੁਹਾਨੂੰ ਸਵਿਟਜ਼ਰਲੈਂਡ ਦਾ ਐਗਜ਼ਾਮਪਲ ਦਿੱਤਾ ਹੈ। ਔਰ ਉਹ ਲੋਕ ਜਿਹੜੇ ਹੈ ਉਹ ਦੇਸ਼ ਦੀਆਂ ਆਰਥਿਕ, ਸਮਾਜਿਕ ਤੇ ਰਾਜਨੀਤਿਕ ਸਮੱਸਿਆਵਾਂ ਦੇ ਹੱਲ ਜਿਹੜੇ ਹੈ ਲੱਭਣ ਲਈ, ਕਿਉਂਕਿ ਉਹ ਆਪ ਜਿਹੜੇ ਹੈ ਚੇਤਨ ਨੇ, ਅਵੇਅਰ ਨੇ, ਪੜ੍ਹੇ ਲਿਖੇ ਨੇ, ਸਿਵਲਾਈਜ਼ ਸੋਸਾਇਟੀ ਹੈ। ਸੋ ਉਹਨਾਂ ਨੂੰ ਆਪਣੇ ਜਿਹੜੇ ਸਮਾਜ ਦੀਆਂ ਆਰਥਿਕ, ਸਮਾਜਿਕ ਤੇ ਰਾਜਨੀਤਿਕ ਸਮੱਸਿਆਵਾਂ ਦਾ ਤਾਂ ਪਤਾ ਹੀ ਹੈ। ਉਹਦੇ ਹੱਲ ਲਈ ਜਿਹੜਾ ਹੈ ਉਹ ਹਰੇਕ ਨਾਗਰਿਕ ਜਿਹੜਾ ਹੈ ਕਾਨੂੰਨ ਬਣਾਉਣ ਵਿੱਚ ਭਾਗੀਦਾਰੀ ਕਰਦਾ ਹੈ, ਨਾ ਕਿ ਆਪਣੇ ਨੁਮਾਇੰਦਿਆਂ ਰਾਹੀਂ ਜਿਹੜੇ ਹੈ ਕਾਨੂੰਨ ਬਣਾਏ ਜਾਂਦੇ ਨੇ। ਇਹ ਮੈਂ ਬਹੁਤ ਵਾਰ ਸਮਝਾ ਚੁੱਕਿਆ ਕਨਸੈਪਟ ਡਾਇਰੈਕਟ ਡੈਮੋਕ੍ਰੇਸੀ। ਤਾਂ ਮੈਂ ਜਦੋਂ ਤੁਹਾਨੂੰ ਸ਼ੁਰੂ ਕੀਤਾ ਸੀਗਾ ਚੈਪਟਰ 13 ਸ਼ੁਰੂ ਕੀਤਾ ਸੀਗਾ ਉਦੋਂ ਸਮਝਾਇਆ, ਚੈਪਟਰ 12 ਦੇ ਵਿੱਚ ਵੀ 2-3 ਵਾਰ ਸਮਝਾਇਆ, 2-3 ਵਾਰ ਪੜ੍ਹਾ ਚੁੱਕਿਆ। ਪਰ ਅਜਿਹਾ ਲੋਕਤੰਤਰ ਅੱਜ ਦੇ ਸਮੇਂ ਵਿੱਚ ਸੰਭਵ ਨਹੀਂ ਹੈ। ਕਿਉਂਕਿ ਆਬਾਦੀ ਜਿਹੜੀ ਹੈ, ਸਿੱਧਾ ਜਾਂ ਪ੍ਰਤੱਖ ਲੋਕਤੰਤਰ ਉਦੋਂ ਸੰਭਵ ਸੀ ਜਦੋਂ ਰਾਜਾਂ ਦੀ ਆਬਾਦੀ ਯਾਨੀ ਕਿ ਸਟੇਟਸ ਦੀ ਆਬਾਦੀ ਜਿਹੜੀ ਹਜ਼ਾਰਾਂ ਵਿੱਚ ਸੀਗੀ, ਠੀਕ ਹੈ, ਛੋਟੇ ਛੋਟੇ ਰਾਜ ਹੁੰਦੇ ਸੀਗੇ। ਲੇਕਿਨ ਜਿਵੇਂ ਯੂਨਾਨ ਦੇ ਨਗਰ ਰਾਜ, ਲੇਕਿਨ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਹੈ ਉਹ ਆਬਾਦੀ ਬਹੁਤ ਜ਼ਿਆਦਾ ਵੱਧ ਗਈ ਹੈ। ਤਾਂ ਸੋ ਇੰਨੇ ਸਾਰੇ ਲੋਕਾਂ ਨੂੰ, 135 ਕਰੋੜ ਲੋਕਾਂ ਨੂੰ, ਇਸ ਟਾਈਮ ਤੇ 150 ਕਰੋੜ ਦੇ ਆਸ-ਪਾਸ ਦੀ ਆਬਾਦੀ ਹੋਣੀ ਹੈ। 150 ਕਰੋੜ ਲੋਕਾਂ ਨੂੰ ਜੇ ਸਪੋਜ਼ ਕਰ ਲਓ ਇੱਕ ਨਿਯਮ ਕਾਨੂੰਨ ਬਣਾਉਣ ਲਈ ਤੁਸੀਂ ਇੱਕ ਜਗ੍ਹਾ ਤੇ ਇਕੱਠਾ ਕਰਨਾ ਹੋਵੇ ਤਾਂ ਤੁਹਾਡੇ ਲਈ ਕਿੰਨਾ ਮੁਸ਼ਕਲ ਹੋਏਗਾ। ਸੋ ਇਸ ਕਰਕੇ ਅਪ੍ਰਤੱਖ ਲੋਕਤੰਤਰ ਜੋ ਹੈ ਉਹ ਪਪੂਲਰ ਹੋ ਚੁੱਕਿਆ ਹੈ। ਸੋ ਲਾਸਟ ਆ ਕਹਿੰਦਾ ਪਿਆਰੇ ਵਿਦਿਆਰਥੀਓ, ਤੁਸੀਂ ਜਾਣਨ ਦੀ ਕੋਸ਼ਿਸ਼ ਕਰੋ ਮੌਜੂਦਾ ਸਮੇਂ 'ਚ ਪੰਜਾਬ ਵਿੱਚ ਕਿਸ ਰਾਜਨੀਤਿਕ ਦਲ ਦੀ ਸਰਕਾਰ ਹੈ। ਆਮ ਆਦਮੀ ਪਾਰਟੀ ਦੀ। ਪੰਜਾਬ ਵਿੱਚ ਕਿਹੜੇ ਦਲ ਵਿਰੋਧੀ ਦਲ ਦੇ ਰੂਪ ਵਿੱਚ ਕੰਮ ਕਰ ਰਹੇ ਨੇ। ਕਾਂਗਰਸ ਹੋਏਗਾ, ਸ਼੍ਰੋਮਣੀ ਅਕਾਲੀ ਦਲ ਹੋਏਗਾ ਔਰ BJP ਹੋਏਗੀ। 4 ਪਾਰਟੀਆਂ, 2 ਕਿਉਂਕਿ ਘੱਟ ਹੀ ਇਹਨਾਂ ਕੋਲ ਸੀਟਾਂ ਨੇ। ਕਾਂਗਰਸ ਕੋਲ 18 MLA ਨੇ ਔਰ ਸ਼੍ਰੋਮਣੀ ਅਕਾਲੀ ਦਲ ਕੋਲ ਬਸਪਾ ਦੇ ਨਾਲ ਮਿਲਾ ਕੇ ਗਠਬੰਧਨ ਜੇ ਲਾ ਲਈਏ ਤਾਂ 4 ਨੇ, ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਇਕੱਲੇ ਜਿਹੜੇ ਆ 3 ਹੀ ਨੇ। ਉਸ ਤੋਂ ਬਾਅਦ BJP ਕੋਲ 2 ਨੇ। ਵਿਰੋਧੀ ਦਲ ਦੇ ਨੇਤਾ ਦੇ ਨਾਵਾਂ ਤੇ ਵੀ ਚਰਚਾ ਕਰੋ। ਵਿਰੋਧੀ ਦਲ ਦੇ ਨੇਤਾ ਜਿਹੜੇ CLP ਹੈ ਉਹ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਲਾਇਆ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਜੋ ਕਿ ਕਾਂਗਰਸ ਦੇ ਹੀ MLA ਨੇ ਤੇ ਵਿਰੋਧੀ ਦਲ ਦੇ ਨੇਤਾ ਨੇ ਤੁਹਾਡੀ ਪੰਜਾਬ ਵਿਧਾਨ ਸਭਾ ਦੇ ਵਿੱਚ। ਪ੍ਰਤਾਪ ਸਿੰਘ ਬਾਜਵਾ, ਓਕੇ ਜੀ। ਸੋ ਹੁਣ ਸਿਰਫ ਔਰ ਸਿਰਫ ਇੱਕ ਵੀਡੀਓ ਰਹਿ ਗਈ ਹੈ। ਇੱਕ ਵੀਡੀਓ ਦੇ ਵਿੱਚ ਮੈਂ ਕੀ ਕਰਨਾ ਹੈ, ਹੁਣ ਮੈਂ ਤੁਹਾਨੂੰ ਉਹਦੇ 'ਚ ਲੋਕਤੰਤਰ ਦਾ ਅਰਥ ਸਮਝਾਉਣਾ ਹੈ, ਜਿਸ 'ਚ ਮੈਂ ਕੁਝ ਨਹੀਂ ਸਮਝਾਉਣਾ ਹੈਗਾ। ਤੁਹਾਡੇ ਕੁਐਸਚਨ ਵੀ ਉਹ ਜੋ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਪੜ੍ਹਾਉਣੇ ਉਹ 'ਤੇ ਜ਼ਿਆਦਾ ਨਹੀਂ ਆਣੇ ਹੈ, ਠੀਕ ਹੈ। ਮੈਂ ਆਲਰੇਡੀ ਕੁਐਸਚਨ ਵੀ ਜਿਹੜੇ ਹੈ ਉਹ ਦੇਖ ਚੁੱਕਿਆ ਹਾਂ, ਸੋ ਕੁਐਸਚਨ ਵੀ ਉਹਨਾਂ ਵਿੱਚੋਂ ਨਹੀਂ ਆ ਰਹੇ। ਦੂਸਰੀ ਗੱਲ ਇਹ ਕਿ ਜਿਹੜੀਆਂ ਗੱਲਾਂ ਉੱਥੇ ਲਿਖੀਆਂ ਮੈਂ ਉਹ ਤੁਹਾਨੂੰ ਆਲਰੇਡੀ ਸਾਰਾ ਕੁਝ ਚੈਪਟਰ ਨੂੰ ਮੈਂ ਕਲੀਅਰ ਕਰ ਚੁੱਕਿਆ, ਸਾਰਾ ਕੁਝ ਪੜ੍ਹਾ ਚੁੱਕਿਆ ਹਾਂ। ਸੋ ਉਹ 'ਚ ਕੁਝ ਵੀ ਜ਼ਿਆਦਾ ਪੜ੍ਹਾਉਣ ਵਾਲਾ ਨਹੀਂ ਹੋਏਗਾ, ਜ਼ਿਆਦਾ ਸਮਝਾਉਣ ਵਾਲਾ ਨਹੀਂ ਹੋਏਗਾ। ਜੇ ਤੁਸੀਂ ਮੇਰੀਆਂ ਪਿਛਲੀਆਂ 5 ਵੀਡੀਓਜ਼, ਮਤਲਬ ਇਸ ਵੀਡੀਓ ਨੂੰ ਮਿਲਾ ਕੇ 5 ਵੀਡੀਓਜ਼ ਜਿਹੜੀਆਂ ਹੈ ਦੇਖ ਲਈਆਂ ਤਾਂ ਤੁਹਾਨੂੰ ਉਹ ਵੀ ਈਜ਼ੀਲੀ ਸਮਝ ਆ ਜਾਏਗਾ। ਹਾਂ, ਤੁਹਾਨੂੰ ਇਹ ਲੱਗ ਰਿਹਾ ਹੈ ਕਿ ਮੈਂ ਤੁਹਾਡੀ ਪੜ੍ਹਾਈ ਦੇ ਵਿੱਚ ਕਿਸੇ ਵੀ ਤਰੀਕੇ ਮਦਦ ਕਰ ਰਿਹਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਆਪਣੇ ਦੋਸਤਾਂ ਨਾਲ ਸਾਂਝਾ ਕਰਨਾ ਹੈ। ਕਿਸੇ ਦੀ ਹੈਲਪ ਹੋ ਜਾਏਗੀ ਤਾਂ ਤੁਹਾਡਾ ਕੀ ਜਾਏਗਾ ਯਾਰ,
ठीक है। सो ਤੁਸੀਂ ਤਾਂ ਇੰਨਾ ਐਫਰਟ ਕਰਨਾ ਨਹੀਂ, ਐਫਰਟ ਤਾਂ ਮੈਂ ਹੀ ਕਰ ਰਿਹਾ, ਵੀਡੀਓਜ਼ ਤਾਂ ਮੈਂ ਹੀ ਬਣਾ ਰਿਹਾ ਵਾਂ, ਤੁਸੀਂ ਬਸ ਉਹਨੂੰ ਦੱਸਣਾ ਹੀ ਹੈ ਕਿ ਯਾਰ ਪੜ੍ਹ ਲਈ, ਇਹ ਵਧੀਆ ਚੈਨਲ ਆ ਔਰ ਇਹਦੇ ਤੋਂ ਤੈਨੂੰ ਜਿਹੜੇ ਕਨਸੈਪਟਸ ਆ ਕਲੀਅਰ ਹੋ ਜਾਣਗੇ। ਤੁਹਾਨੂੰ ਜਿਹੜੀ ਵੀ ਸੋਸ਼ਲ ਸਟੱਡੀਜ਼ ਹੈ ਜਿਹਨੂੰ ਰੱਟਾ ਮਾਰਨ ਲਈ ਜਿਹੜਾ ਮਸ਼ਹੂਰ ਮੰਨਿਆ ਜਾਂਦਾ ਵਾ, ਤੁਹਾਨੂੰ ਕਿਤੇ ਵੀ ਰੱਟਾ ਨਹੀਂ ਮਾਰਨਾ ਪੈ ਰਿਹਾ। ਮੈਂ ਤੁਹਾਨੂੰ ਇੱਕ ਇੱਕ ਜਿਹੜੀ ਗੱਲ ਹੈ ਸਮਝਾ ਰਿਹਾ, ਤੁਸੀਂ ਜੇ ਗੱਲ ਨੂੰ ਸਮਝ ਲਓਗੇ ਤਾਂ ਆਪਣੀ ਭਾਸ਼ਾ 'ਚ ਵੀ ਲਿਖ ਕੇ ਆ ਜਾਓਗੇ, ਕਿਉਂਕਿ ਮੈਂ ਗੱਲਾਂ ਨੂੰ ਬਾਰ-ਬਾਰ ਰਿਪੀਟ ਬਹੁਤ ਵਾਰ ਰਿਪੀਟ ਕਰਦਾ ਵਾਂ, ਇਸੇ ਕਰਕੇ ਕਿ ਤੁਹਾਡੇ ਮਾਈਂਡ ਦੇ ਵਿੱਚ, ਤੁਹਾਡੇ ਮਨ ਚਿੱਤ ਦੇ ਵਿੱਚ ਉਹ ਗੱਲਾਂ ਜਿਹੜੀਆਂ ਉਹ ਬੈਠ ਜਾਣ, ਘਰ ਕਰ ਜਾਣ। ਸੋ ਇਸ ਲਈ ਤੁਹਾਨੂੰ ਕੁਝ ਵੀ ਰੱਟਾ ਮਾਰਨ ਦੀ ਲੋੜ ਨਹੀਂ ਹੈ, ਸਿਰਫ ਸਮਝੋ ਔਰ ਆਪਣੇ ਪੇਪਰ ਦੇ ਵਿੱਚ ਲਿਖਣ ਜਾਓ। ਥੈਂਕ ਯੂ, ਥੈਂਕਸ ਅ ਲੋਟ।